ਅੱਜ ਆਪਾਂ 692 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਜਿਹੜਾ ਧਨਾਸਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦੇ ਵਿੱਚ ਨਾਮਦੇਵ ਜੀ ਦੀ ਬਾਣੀ ਲੈਣ ਲੱਗੇ ਹਾਂ। ਇਸ ਤੋਂ ਪਹਿਲਾਂ 5 ਸ਼ਬਦ ਕਬੀਰ ਜੀ ਦੇ ਸੀਗੇ। ਇਹ ਪਹਿਲਾ ਸ਼ਬਦ ਨਾਮਦੇਵ ਜੀ ਦਾ ਹੈਗਾ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓंकार सतगुर प्रसाद। गहरी करके नींव खुदाई ऊपर मंडप छाए, मार कंडे ते को अधिकाई जिन्हें तृण तर मूंड बलाए। गहरी करके नींव खुदाई ऊपर मंडप छाए। देख लो भाई, नामदेव जी कह रहे कि बड़ी गहरी कर करके तू जिहड़ा हैगा घर दियां जिहड़ियां हैगियां महल माड़ियां जो भी घर जो पाउना आ इन्नी नींव खोदा है गहरी करके कि पता नहीं जिहड़ा हैगा तू इत्थे कदों तक रहना है, और उपर फिर जिहड़ा हैगा जिहड़ा महल माड़ियां बनाउणा है, मंडप छाउणा है रहण दे वास्ते। मार कंडे ते को अधिकाई जिन्हें तृण धर मूंड बलाए। कहते मार कंडा एक ऋषि सीगा। ਉਹ ऋषि ऐसा सीगा कि ਉਹਦੀ ਉਮਰ ਜਿਹੜੀ ਹੈ ਬਹੁਤ ਜ਼ਿਆਦਾ ਸੀਗੀ, ਔਰ ਉਹਨੇ ਆਪਣੀ ਸਾਰੀ ਦੀ ਸਾਰੀ ਉਮਰ ਜਿਹੜੀ ਹੈਗੀ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਗੁਜ਼ਾਰ ਦਿੱਤੀ ਸੀਗੀ। ਮਾਰ ਕੰਡੇ ਤੇ ਕੋ ਅਧਿਕਾਈ, ਕਹਿੰਦੇ ਤੂੰ ਮਾਰ ਕੰਡੇ ਤੋਂ ਜ਼ਿਆਦਾ, ਤੇਰੀ ਉਮਰ ਮਾਰ ਕੰਡੇ ਤੋਂ ਜ਼ਿਆਦਾ ਹੋ ਸਕਦੀ ਹੈ। ਕਹਿੰਦੇ ਉਹਨੇ ਤਾਂ ਇੱਕ ਜਿਹੜੀ ਹੈਗੀ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਸਾਰੀ ਉਮਰ ਗੁਜ਼ਾਰ ਦਿੱਤੀ ਉਸਨੇ ਪਰਮੇਸ਼ਰ ਦੀ ਭਗਤੀ ਕਰਦੇ। ਔਰ ਤੂੰ ਜਿਹੜਾ ਹੈਗਾ ਇੰਨੀ ਗਹਿਰੀ ਕਰਕੇ ਨੀਂਵ ਖੁਦਾਈ ਨੀਂਵ ਖੋਦ ਰਿਹਾ ਹੈ, ਔਰ ਇੰਨੀ ਗਹਿਰੀਆਂ ਗਹਿਰੀਆਂ ਜਿਹੜੀਆਂ ਹੈਗੀਆਂ ਸਾਰਾ ਕੁਛ ਕਰ ਰਿਹਾ ਹੈ ਭਾਈ। ਅਤੇ ਤੂੰ ਕਿੰਨਾ ਕੁ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਕਿੰਨੀ ਕੁ ਦੇਰ ਜੀਣਾ ਹੈ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਤਰ ਮੂੰਡ ਬਲਾਏ, ਜਿਨ੍ਹਾਂ ਨੇ ਕਿ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਜਿਹੜਾ ਸਰੀਰ ਜਿਹੜਾ ਮਿਲਿਆ ਸੀਗਾ ਉਹ ਸਰੀਰ ਜਿਹੜਾ ਹੈਗਾ ਉਹ ਖਤਮ ਹੋ ਗਿਆ। ਕੱਖਾਂ ਦੀ ਕੁੱਲੀ ਦੇ ਵਿੱਚ ਹੀ ਸਾਰੀ ਉਮਰ ਗੁਜ਼ਾਰ ਦਿੱਤੀ ਉਹਨਾਂ ਨੇ। ਅਤੇ ਤੂੰ ਜਿਹੜਾ ਹੈਗਾ ਗਹਿਰੀ ਕਰਕੇ ਨੀਂਵ ਖੁਦਾਈ ਕਰ ਰਿਹਾ ਆ ਬਹੁਤ, ਜਿਹੜਾ ਦੁਨੀਆ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਰਹਿਣਾ ਹੈ। ਔਰ ਜਿਸ ਕੰਮ ਵਾਸਤੇ ਸਰੀਰ ਮਿਲਿਆ ਆ ਤੈਨੂੰ, ਉਹ ਕੰਮ ਕਰ ਹੀ ਨਹੀਂ ਰਿਹਾ। ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਸ ਦੇ ਨਾਲ ਪਿਆਰ ਤੇਰਾ ਹੈ ਹੀ ਨਹੀਂ। ਮਾਲਕ ਨੂੰ ਤਾਂ ਤੂੰ ਮਾਲਕ ਨੂੰ ਤਾਂ ਸਾਥ ਗਿਣਦਾ ਹੀ ਨਹੀਂ ਆਪਣੇ। ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ ਰਹਾਓ। ਕਹਿੰਦੇ ਆਪਾਂ ਨੂੰ ਪੈਦਾ ਕਰਨ ਵਾਲਾ ਕਰਤਾ ਮਾਲਕ ਪਰਮਾਤਮਾ ਹੈਗਾ ਰਾਮ, ਉਹ ਪਿਆਰਾ। ਉਹਦੇ ਨਾਲ ਤਾਂ ਤੂੰ ਪਿਆਰ ਹੀ ਨਹੀਂ ਪਾਇਆ। ਕਾਹੇ ਰੇ ਨਰ ਗਰਭ ਕਰਤ ਹੋ, ਕਿਉਂ ਇਨਸਾਨ ਤੂੰ ਜਿਹੜਾ ਹੈਗਾ ਆਕੜ ਦਿਖਾ ਰਿਹਾ, ਗਰਭ ਕਰ ਰਿਹਾ ਆ। ਜਿਸ ਸਰੀਰ ਤੇ ਤੂੰ ਗਰਭ ਕਰ ਰਿਹਾ ਆ, ਬਿਨਸ ਜਾਏ ਝੂਠੀ ਦੇਹੀ, ਇਹਨੇ ਤਾਂ ਬਿਨਸ ਜਾਣਾ ਹੈ। ਇਹ ਸਰੀਰ ਤਾਂ ਤੇਰਾ ਹੈ ਹੀ ਨਹੀਂ। ਇਹ ਤਾਂ ਜਿਹੜਾ ਹੈਗਾ ਸਿਰਫ ਮਿੱਟੀ ਹੈਗੀ ਆ। ਇਹ ਤਾਂ ਥੋੜ੍ਹੇ ਟਾਈਮ ਵਾਸਤੇ ਤੈਨੂੰ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਸਾਧਨ ਮਿਲਿਆ ਹੋਇਆ ਹੈ ਕੁਛ ਕੰਮ ਕਰਨ ਵਾਸਤੇ, ਉਹ ਕੰਮ ਤੂੰ ਕਰ ਨਹੀਂ ਰਿਹਾ। ਹਾਂਜੀ ਗੋਰਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਫਤਿਹ ਕਬੂਲ ਕਰਨਾ। ਹੁਣ ਨਾ ਬੁਲਾਇਓ ਟਾਈਮ, ਅੱਜ ਮੈਂ ਫੇਰ ਲੇਟ। ਠੀਕ ਹੈ ਨਿੱਜਾ ਸਾਹਿਬ, ਆਪ ਆਪਣੀ ਪਹਿਲੀ ਤੋਕਤ ਦੀ ਥੋੜੀ ਜੀ ਮੈਨੂੰ ਥੋੜੀ ਜਿਹੀ ਸਰਲ ਕਰ ਦਿਓ। ਗਹਿਰੀ ਕਰਕੇ ਨੀਂਵ ਖੁਦਾਈ ਉੱਪਰ ਮੰਡਪ ਛਾਏ। ਕਹਿੰਦੇ ਆਪਾਂ ਕੀ ਕਰਦੇ ਹਾਂ, ਆਪਾਂ ਜਿਹੜੇ ਹੈਗੇ ਸਮਝਦੇ ਹਾਂ ਅਸੀਂ ਜਿਹੜੇ ਹੈਗੇ ਸਰੀਰ ਹੈਗੇ ਹਾਂ, ਔਰ ਦੁਨੀਆ ਦੇ ਵਿੱਚ ਆਪਾਂ ਆਏ ਹਾਂ। ਇਸ ਸੰਸਾਰ ਦੇ ਵਿੱਚ ਮਾਲਕ ਨੇ ਭੇਜਿਆ ਆਪਾਂ ਨੂੰ। ਆਪਾਂ ਟ੍ਰਾਂਜ਼ਿਟ ਕੈਂਪ ਦੇ ਵਿੱਚ ਹਾਂ, ਆਪਾਂ ਯਾਤਰੂ ਹੈਗੇ ਹਾਂ, ਔਰ ਥੋੜ੍ਹੇ ਸਮੇਂ ਵਾਸਤੇ ਜਿਹੜੇ ਇਸ ਬਾਟ 'ਤੇ ਹੈਗੇ ਹਾਂ, ਰਸਤੇ ਦੇ ਉੱਤੇ ਹੈਗੇ ਹਾਂ। ਇਹਨੂੰ ਆਪਾਂ ਸਮਝ ਲੈਂਦੇ ਇਹ ਮੁਕਾਮ ਜਿਹੜਾ ਹਮੇਸ਼ਾ ਵਾਸਤੇ ਹੈਗਾ। ਬੜੀ ਗਹਿਰੀ ਕਰ ਕਰਕੇ ਜਿਹੜੇ ਹੈਗੇ ਘਰਾਂ ਦੀਆਂ ਨੀਵਾਂ ਖੁਦਾਈ ਕਰਦੇ ਹਾਂ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬਲਾਏ। ਕਹਿੰਦੇ ਮਾਰ ਕੰਡਾ ਇੱਕ ਰਿਸ਼ੀ ਸੀਗਾ। ਕਹਿੰਦੇ ਉਹਦੀ ਬਹੁਤ ਵੱਡੀ ਉਮਰ ਸੀਗੀ, ਔਰ ਉਹਨੇ ਸਾਰੀ ਉਮਰ ਜਿਹੜੀ ਹੈ ਇੱਕ ਕੱਖਾਂ ਦੀ ਕੁੱਲੀ ਦੇ ਵਿੱਚ ਜਿਹੜਾ ਤ੍ਰਿਣ ਦੀ ਕੁਟੀਆ ਦੇ ਵਿੱਚ ਹੀ ਜਿਹੜਾ ਹੈਗਾ ਗੁਜ਼ਾਰ ਦਿੱਤੀ ਸੀ। ਸਰੀਰ ਜਿਹੜਾ ਹੈਗਾ ਉਹਦਾ
ਕੱਖਾਂ ਦੀ ਕੁੱਲੀ ਦੇ ਵਿੱਚ ਹੀ ਜਿਹੜਾ ਹੈਗਾ ਪੂਰਾ ਦਾ ਪੂਰਾ ਭਗਤੀ ਕਰਨ ਦੇ ਵਿੱਚ ਹੀ ਉਹਨੇ ਲਗਾ ਦਿੱਤਾ ਸੀ ਆਪਣਾ ਸਰੀਰ। ਕਹਿੰਦੇ ਤ੍ਰਿਣ ਧਰ ਮੂੰਡ ਬੁਲਾਏ, ਕਹਿੰਦੇ ਸਰੀਰ ਜਿਹੜਾ ਸੀਗਾ ਪੂਰਾ ਜਿਹੜਾ ਹੈਗਾ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਜਿਹੜਾ ਹੈਗਾ ਉੱਥੇ ਰਹਿ ਕੇ ਉਸੇ 'ਚ ਹੀ ਸਾੜ ਦਿੱਤਾ ਸੀ। ਕਹਿਣ ਦਾ ਮਾਂ ਭਾਵ ਵੀ ਸਰੀਰ ਨੂੰ ਯੂਜ਼ ਕਰ ਲਿਆ ਸੀਗਾ ਉਹਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਅੱਜ ਫੇਰ ਆਪਾਂ ਜਿਹੜੀ ਵਿਚਾਰ ਕਰ ਰਹੇ ਹਾਂ, ਵਿਚਾਰ ਇਹ ਕਾਫੀ ਸਾਡੇ ਜੀਵਨ ਨਾਲ ਜੁੜੀ ਹੈ। ਪਹਿਲਾਂ ਉਹ ਕਹਿ ਰਹੇ ਨੇ ਗਹਿਰੀ ਕਰਕੇ ਕਿ ਨੀਂਹ ਤੂੰ ਬੜੀ ਗਹਿਰੀ ਕਰਨਾ ਹੈ, ਫਿਰ ਉੱਤੇ ਤੂੰ ਮੰਡਪ ਬਣਾਉਣਾ ਹੈ, ਹਾਂ ਮਹਿਲ ਬਣਾਉਣਾ। ਹੁਣ ਮਹਿਲ ਦਾ ਮਤਲਬ ਇਹ ਸਾਨੂੰ ਸਮਝਾ ਰਹੇ ਨੇ। ਵੈਸੇ ਮਕਾਨ ਬਣਾਉਣਾ ਕੋਈ ਪਾਪ ਥੋੜੀ ਹੈ, ਮਿਹਨਤ ਕਰੋ ਬਣਾ ਲਓ। ਪਰ ਮਿਹਨਤ ਕਰਕੇ ਤੁਸੀਂ ਕਿੰਨੇ ਕੁ ਮਕਾਨ ਪਾ ਸਕਦੇ ਜੋ? ਇੱਕ ਪਾਲੋਗੇ, ਵੱਧ ਤੋਂ ਵੱਧ 1.5 ਜਾਂ 2। ਇਹ ਥੋੜੀ ਹੁਣ ਤੁਸੀਂ 100 ਕਿੱਲਾ ਪੈਲੀ ਖਰੀਦ ਲੋਗੇ ਮਿਹਨਤ ਕਰਕੇ, ਠੀਕ ਹੈ ਨਾ ਜਲ ਸਾਹਿਬ? ਇੰਨਾ ਕੁ ਮਤਲਬ ਲਿਮਟਿਡ ਰਿਸੋਰਸ ਹੀ ਮਿਲਣਗੇ। ਕਿਉਂਕਿ ਦੇਖੋ, ਆਪ ਇੱਕ ਚੀਜ਼ ਨੂੰ ਆਪ ਸਮਝੋ, ਗੁਰੂ ਨਾਨਕ ਪਾਤਸ਼ਾਹ ਦੇ ਜਿੱਦਾਂ ਮਤਲਬ ਜੀਵਨ ਸੀ, ਉਸ ਤੋਂ ਬਾਅਦ ਉਹ ਖੇਤੀ ਕਰ ਰਹੇ ਨੇ ਕਰਤਾਰਪੁਰ ਚ। ਉਸ ਤੋਂ ਕਬੀਰ ਜੀ ਦੇਖੋ ਤੇ ਉਹਨਾਂ ਨੇ ਰੂਹ ਕੱਤ ਰਹੇ ਨੇ। ਉਲਟਾ ਮਾਂ ਰੌਲਾ ਪਾਉਂਦੀ ਆ ਕਿ ਤੂੰ ਚੰਗਾ ਬਿਜ਼ਨਸਮੈਨ ਹੈ, ਜਿਹੜਾ ਤੂੰ ਕਮਾਉਂਦਾ ਘੱਟ ਆ ਤੇ ਖਰਚਦਾ ਜ਼ਿਆਦਾ, ਸਾਡੇ ਤੇ ਕਰਜ਼ਾ ਚੜੀ ਜਾਂਦੇ ਆ। ਉਧਰ ਰਵਿਦਾਸ ਜੀ ਵੇਖੋ, ਉਹ ਜੁੱਤੀਆਂ ਕੱਢ ਰਹੇ ਨੇ। ਤੇ ਆਪ ਜਸਟ ਇਹ ਸੋਚੋ, ਇੱਕ ਮਾਮੂਲੀ ਜਿਹਾ ਪਖੰਡੀ ਅੱਜ ਦੇ ਜ਼ਮਾਨੇ ਚ ਥੋੜਾ ਜਿਹੀਆਂ ਗੱਪਾਂ ਮਾਰਦਾ, ਕੁਛ ਵੀ ਮਾੜੀ ਮੋਟੀ, ਮੈਂ ਮਾਰ ਦਿੰਦਾ ਗੱਪਾਂ, ਇੱਥੇ ਸਵੇਰੇ ਲੋਕ ਇਕੱਠੇ ਹੋ ਜਾਣਗੇ। ਪਰ ਨਹੀਂ, ਆਪਾਂ ਨੂੰ ਭੀੜ ਨਹੀਂ ਚਾਹੀਦੀ। ਆਪਾਂ ਨੂੰ ਚਾਹੀਦੇ ਆ ਆਤਮਾ ਚਿੰਤਾ ਕਰਨ ਵਾਲੇ ਬੜੇ ਗਹਿਰੇ। ਮੈਨੂੰ ਤੇ ਜ਼ਿਆਦਾ ਲੋੜ ਹੀ ਵੀ ਨਹੀਂ ਹੈਗੀ। ਅਸੀਂ ਤੇ ਨਿੱਜਰ ਸਾਹਿਬ ਨੂੰ ਪਹਿਲੇ ਵਿਚਾਰ ਕੀਤੀ, ਸਾਨੂੰ ਕੋਈ ਭੀੜ ਦੀ ਤੇ ਲੋੜ ਹੀ ਪਈ। ਸਾਨੂੰ ਸੁਣਨ ਵਾਸਤੇ 5-10 ਬੰਦੇ ਵੀ ਮਿਲ ਗਏ ਤੇ ਬਹੁਤ ਵੱਡੀ, ਕਿਉਂਕਿ ਪ੍ਰਮਾਤਮਾ ਜਾਣਦਾ। ਇਸ ਤੋਂ ਵੱਧ ਸਾਡੀ ਕੋਈ ਡਿਊਟੀ ਵੀ ਨਹੀਂ ਹੈਗੀ। ਬਾਕੀ ਹੁਣ ਸੰਗਤ ਕਾਫੀ ਹੋ ਗਈ ਆ, ਸੋਚਿਆ ਨਹੀਂ ਸੀ ਇੰਨੀ ਸੰਗਤ ਆ ਜਾਏਗੀ। ਜਦੋਂ ਇਹ ਗਰੁੱਪ ਬਣਾਉਣ ਦੀ ਗੱਲ ਚੱਲੀ ਤੇ ਉਹ ਪਰਮਿੰਦਰ ਜੀ ਹੈਗੇ ਸੀ, ਉਹ ਕਹਿੰਦੇ ਵੀਰ ਜੀ ਏਦਾਂ ਨਾ ਟੈਲੀਗ੍ਰਾਮ ਤੇ ਤੁਸੀਂ ਗਰੁੱਪ ਤੇ ਬਣਾ ਲਿਆ, ਤੁਸੀਂ ਤਾਂ ਕਰੋ ਗੂਗਲ ਮੀਟ ਤੇ ਕਰੋ। ਮੈਂ ਸੋਚਿਆ ਕਿ ਚਰਨਜੀਤ ਸੁਣਨ ਵਾਸਤੇ ਕਿੰਨੇ ਹੋਣਾ? ਕੌਣ ਸੁਣਨਾ ਚਾਹੁੰਦਾ? ਸੱਚ ਨੂੰ ਸੁਣਨਾ ਬੜਾ ਔਖਾ, ਬੜਾ ਫਿਫਰਾ ਚਾਹੀਦਾ, ਫਿਫਰੀ ਤਗੜਾ, ਜਿਹਦਾ ਕਹਿੰਦੇ ਨਾ ਮਾਂ ਦਾ ਦੁੱਧ ਪੀਤਾ ਤੇ ਮੇਰੇ ਨਾਲ ਲੈ ਪੰਗਾ। ਇਹ ਹਿਸਾਬ ਉਹ ਆ। ਉਹ ਕਹਿੰਦੇ ਆ ਕਿ ਇਹ ਤੇ ਸੁਣਨ ਦੇ ਲਈ ਕੋਈ ਵਿਰਲਾ, ਜੇ ਭੀੜ ਹੁੰਦੀ ਤੇ ਗੁਰੂਆਂ ਨੇ ਲਿਖ ਜਾਣਾ ਸੀ ਕਿ ਸਾਡੇ ਮਗਰ ਭੀੜ ਬਹੁਤ ਪਈ ਹੋਈ ਆ, ਬਹੁਤ ਨਾਮ ਪਿਆ ਸੀ, ਬੜੇ ਲੋਕ ਲੱਭ ਗਏ ਸਾਨੂੰ, ਅਸੀਂ ਘਰਾਂ 'ਚ ਹੀ ਬੈਠੇ ਆ, ਪਤਾ ਹੀ ਨਹੀਂ ਕਿੰਨੇ ਕੁ ਕਰੋੜਾਂ ਕੁ ਲੋਕ ਸਾਡੇ ਕੋਲ ਆ ਗਏ। ਉਹ ਕਹਿੰਦੇ ਨਹੀਂ, ਟਾਵਾਂ ਲੱਭਣਾ ਪਿਆ, ਉਹ ਵੀ ਜਾ ਕੇ ਬੜੀ ਯਾਤਰਾ ਕਰਨੀ ਪੈਂਦੀ ਆ, ਬੰਦਾ ਕਿਤੇ ਲੱਭਦਾ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਮਹਾਰਾਜ ਤਾਂ ਕਹਿੰਦੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਉਹ ਤਾਂ ਜਿਹੜੇ ਹੈਗੇ ਬ੍ਰਹਮ ਗਿਆਨੀਆਂ ਨੂੰ ਆਹ ਕਹਿੰਦੇ ਆ ਭਾਈ। ਹਾਂ, ਕੋਈ ਕਹਿੰਦੇ ਬੇਤਾਲਾ ਹੈ, ਕੋਈ ਕਹਿੰਦਾ ਭੂਤਨਾ ਹੈ। ਤੇ ਉਹ ਕਹਿੰਦੇ ਕਿ ਪਰ ਮੈਨੂੰ ਪਤਾ ਮੈਂ ਕੌਣ ਹੈ। ਤੁਹਾਡੀ ਸਟੇਟਮੈਂਟ ਦੀ ਲੋੜ ਨਹੀਂ। ਆਈ ਡੋਂਟ ਨੀਡ ਯੂਰ ਸਟੇਟਮੈਂਟ ਕਿ ਮੈਂ ਕੀ ਹਾਂ। ਇਸੇ ਕਰਕੇ ਸਾਡਾ ਵੀ ਜਿਹੜਾ ਜੀਵਨ ਹੈ ਬੜਾ ਨਿੱਜੀ ਹੈ। ਇਸ ਲਈ ਸਾਨੂੰ ਕੋਈ ਬੰਦਾ ਜੇ ਕਵੇ ਨਾ ਕਿ ਚਰਨਜੀਤ ਬਹੁਤ ਵਧੀਆ ਹੈ ਜਾਂ ਚਰਨਜੀਤ ਬਹੁਤ ਮਾੜਾ ਹੈ, ਇਟ ਡਜ਼ਨਟ ਮੈਟਰ, ਕਿਉਂਕਿ ਉਹ ਚਰਨਜੀਤ ਨੂੰ ਜਾਣਦਾ ਨਹੀਂ ਹੈ ਕੌਣ ਹੈ ਚਰਨਜੀਤ। ਇਸੇ ਤਰ੍ਹਾਂ ਤੁਸੀਂ ਜੋ ਹੋ ਉਹ ਤੁਸੀਂ ਜਾਣਦੇ ਜੋ ਆਪਣੇ ਆਪ ਨੂੰ। ਕਿਉਂਕਿ ਕਬੀਰ ਜੀ ਨੇ ਵੀ ਗੱਲ ਕਿਹਾ ਹੈ ਕਿ ਮੇਰੀ ਆਤਮਾ, ਪਹਿਲਾਂ ਕੱਲ ਕਿਹਾ, ਪਰਸੋਂ ਕਿਹਾ ਸੀ ਕਿ ਜੋ ਮੈਂ ਗੱਲ ਕਹਿ ਰਿਹਾ ਉਹ ਸਮਝਣ ਦੇ ਲਈ ਤੁਹਾਨੂੰ ਆਤਮ ਗਿਆਨ ਚਾਹੀਦਾ। ਬਿਲਕੁਲ। ਨਹੀਂ ਤੇ ਤੁਹਾਡੇ ਉਤੋਂ ਦੀ ਲੰਘ ਜੂਗੀ ਗੱਲ। ਜਿੱਦਾਂ ਕੋਈ ਔਖੀ ਗੱਲ ਕਹਿ ਦੋ ਤੇ ਹੁਣ ਸਾਇੰਸ ਦੀ ਗੱਲ ਕਰ ਦੋ, ਮੈਨੂੰ ਡਾਕਟਰਾਂ ਦੀ ਗੱਲ ਕਰ ਦੋ ਤੇ ਮੈਨੂੰ ਨਹੀਂ ਪਤਾ ਲੱਗੂਗਾ। ਹਾਂ, ਮਾੜੀ ਮੋਟੀ ਸਿਰ ਪੀੜ ਦੀ ਗੋਲੀ ਦੀ ਗੱਲ ਕਰੋਗੇ ਤੇ ਮੈਂ ਦੱਸ ਦਾਂਗਾ ਕਿ ਹਾਂ ਬਈ ਇਹ ਬੁਖਾਰ ਦੀ ਗੋਲੀ ਹੈ ਜਾਂ ਖੰਘ ਦੀ ਗੋਲੀ, ਠੀਕ ਹੈ। ਸੋ ਇੱਥੇ ਉਹ ਕਹਿ ਰਹੇ ਨੇ ਕਿ ਜ਼ਿਆਦਾ ਮਤਲਬ ਮੰਡਪ ਇੱਥੇ ਮਹਿਲ ਪਾਉਣ ਦੀ ਗੱਲ ਇਹ ਨਹੀਂ ਕਹਿ ਰਹੇ ਕਿ ਤੁਸੀਂ ਨਾ ਪਾਓ। ਉਹ ਕਹਿੰਦੇ ਕਿ ਜੇ ਤੂੰ ਪਾਉਣੇ ਵੀ ਆ ਨਾ ਤੇ ਆਪ ਉਨੇ ਕੀ ਖਲਾਰਾ ਪਾ ਜਿੰਨਾ ਕਿ ਤੈਨੂੰ ਲੋੜ ਆ, ਕਿਉਂਕਿ ਇਹ ਮੁਸਾਫਿਰ ਖਾਨਾ ਹੈਗਾ। ਤੈਨੂੰ ਆਵਾਜ਼ ਪੈ ਜਾਣੀ ਆ ਤੇ ਫਿਰ ਤੈਨੂੰ ਜਾਣਾ ਪੈਣਾ। ਸਫ਼ਰ ਲੰਬਾ ਵਾ ਤੇ ਇਹ ਨਾ ਹੋਵੇ ਕਿ ਇੱਥੇ ਤੂੰ ਇਹ ਇੰਦਰ ਜਾਲ ਚ ਫਸਿਆ ਰਵੇਂ, ਕਿਉਂਕਿ ਇੰਦਰੀਆਂ ਦੇ ਭੋਗ ਬਹੁਤ ਨੇ। ਉਹ ਸਾਨੂੰ ਵਾਰਨ ਕਰ ਗਏ ਨੇ, ਸਾਨੂੰ ਸਮਝਾ ਕੇ ਗਏ ਨੇ, ਮੈਨੂੰ ਸਮਝਾ ਕੇ ਗਏ ਨੇ, ਤੁਹਾਨੂੰ ਸਮਝਾ ਕੇ ਗਏ ਨੇ। ਹੁਣ ਮੈਂ ਆਪਣੇ ਜੀਵਨ ਨੂੰ ਮੈਂ ਦੇਖਾਂਗਾ ਔਰ ਮੈਨੂੰ ਪਤਾ ਹੈ ਮੈਂ ਕੀ ਕਰ ਰਿਹਾ, ਪੱਕਾ ਪਤਾ ਮੈਨੂੰ, ਗਰੰਟੀ ਨਾਲ। ਇੱਕ ਤੇ 100% ਹੁੰਦਾ, ਮੈਨੂੰ 101% ਪਤਾ ਮੈਂ ਕੀ ਕਰ ਰਿਹਾ, ਔਰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ। ਇਹ ਬੜਾ ਇੰਪੋਰਟੈਂਟ ਸਵਾਲ ਜੀ।
ਸਹੀ ਹੈ ਨਿੱਜਰ ਸਾਹਿਬ? ਹਾਂਜੀ ਬਿਲਕੁਲ। ਉਹ ਕਬੀਰ ਜੀ ਕਹਿ ਰਹੇ ਸੀ ਕਿ ਜੋ ਜਨ ਭਾਵ ਭਗਤ ਕਛ ਜਾਣੇ ਤਾਕੋ ਅਚਰਜ ਕਾਹੋ। ਕਹਿੰਦੇ ਜਿਹੜਾ ਥੋੜ੍ਹੀ ਬਹੁਤ ਭਗਤੀ ਜਾਣਦਾ ਮੇਰੀ ਗੱਲ ਨੂੰ ਸਮਝ ਜਾਊਗਾ, ਬਾਕੀਆਂ ਨੇ ਤਾਂ ਜਿਹੜੇ ਮੇਰੀ ਗੱਲ ਨੂੰ ਸਮਝਣਾ ਹੀ ਨਹੀਂ ਹੈਗਾ। ਹਾਂ, ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਰ ਕੀ ਰਹੇ ਜੇ। ਤੋ ਉਸ ਜੀਵਨ ਨੂੰ ਆਪਾਂ ਸਮਝ ਰਹੇ ਹਾਂ। ਦੇਖੋ ਪਤਾ ਕੀ ਹੁੰਦਾ, ਸੰਸਾਰੀ ਬੰਦਾ ਹੈ ਨਾ, ਉਹਨੂੰ ਕੋਈ ਨਹੀਂ ਫਰਕ ਪੈਂਦਾ। ਉਹ ਤੇ ਬੈਠਾ ਹੀ ਪਹਾੜ ਦੇ ਥੱਲੇ, ਬਿਲਕੁਲ ਥੱਲੇ ਵੇਖਿਆ ਪਹਾੜ ਕਿੰਨਾ ਚੌੜਾ ਹੁੰਦਾ ਆ, ਪਰ ਜਿਵੇਂ ਜਿਵੇਂ ਉੱਪਰ ਚੜ੍ਹਦੇ ਜਾਏ ਤੇ ਪਹਾੜ ਜਿਹੜਾ ਹੁੰਦਾ ਨਾ ਛੋਟਾ ਹੋ ਜਾਂਦਾ। ਆਤਮਾ ਗਿਆਨ ਦੀ ਜਿਹੜੀ ਆਖਰੀ ਅਵਸਥਾ ਹੈ ਨਾ, ਤੁਸੀਂ ਚੋਟੀ ਤੇ ਚੱਲ ਜਾਣਾ। ਉੱਥੇ ਵੇਖੋਗੇ ਨਾ ਤੁਸੀਂ ਖਲੋ ਕੇ, ਤੁਹਾਨੂੰ ਲਾਗੇ ਬੰਨੇ ਕੋਈ ਨਜ਼ਰ ਨਹੀਂ ਆਉਣਾ, ਤੁਸੀਂ ਕੋਈ ਇਕੱਲੇ ਹੈਗੇ ਜੇ ਉੱਥੇ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਜਦੋਂ ਉੱਪਰੋਂ ਚੜ੍ਹਦਾ ਹੈ। ਹੁਣ ਦੇਖੀਏ, ਅੱਜ ਮੈਂ ਨਾ ਪਤਾ ਨਹੀਂ ਕਿੱਥੋਂ, ਪਤਾ ਨਹੀਂ ਕਿਤੇ ਸੁਣਿਆ, ਪਤਾ ਨਹੀਂ ਮੈਂ ਪੜ੍ਹਿਆ, ਬੜੀ ਸੋਹਣੀ ਗੱਲ ਮੈਨੂੰ ਦੱਸੀ ਲੱਗੀ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਹ ਕਹਿੰਦੇ ਆ ਕਿ ਜਦੋਂ ਆਪਾਂ ਪਹਾੜ ਤੇ ਚੜ੍ਹਦੇ ਹਾਂ ਨਾ ਇੱਜਰ ਸਾਹਿਬ, ਹਾਂਜੀ ਹਾਂਜੀ, ਅਸੀਂ ਝੁਕੇ ਹੁੰਦੇ ਹਾਂ। ਸਹੀ ਹੈ? ਬਿਲਕੁਲ। ਜਦੋਂ ਅਸੀਂ ਪਹਾੜ ਤੋਂ ਚੜ੍ਹਦੇ ਹਾਂ ਨਾ ਤੇ ਅਸੀਂ ਝੁਕ ਜਾਂਦੇ ਹਾਂ, ਝੁਕੇ ਹੁੰਦੇ ਹਾਂ, ਅੱਗੋਂ ਥੋੜਾ ਜਿਹਾ ਬੈਲੈਂਸ ਥੋੜਾ ਡਾਊਨ ਕਰਕੇ ਚੜ੍ਹਦੇ ਹਾਂ, ਤੇ ਜਦੋਂ ਅਸੀਂ ਉਤਰਦੇ ਹਾਂ ਉਦੋਂ ਆਕੜੇ ਹੁੰਦੇ ਹਾਂ। ਬਿਲਕੁਲ ਆਕੜੇ ਹੁੰਦੇ ਆ। ਹਾਂ, ਹੁਣ ਉਹ ਕਹਿੰਦੇ ਆ ਕਿ ਜੇ ਤੇ ਤੂੰ ਸੱਜਣਾ ਝੁਕਿਆ ਹੋਇਆ ਨਾ, ਤੇ ਇਹਦਾ ਮਤਲਬ ਤੂੰ ਪਹਾੜ ਤੇ ਚੜ੍ਹ ਰਿਹਾ, ਤੇ ਜੇ ਤੂੰ ਆਕੜ ਗਿਆ ਇਹਦਾ ਮਤਲਬ ਤੂੰ ਜੋ ਵੀ ਕਰ ਰਿਹਾ ਤੂੰ ਨੀਵੀਂ ਜਗ੍ਹਾ ਤੇ ਜਾ ਰਿਹਾ, ਤੂੰ ਉੱਪਰ ਨਹੀਂ ਜਾ ਰਿਹਾ। ਵਾਹ ਜੀ। ਪਰ ਬੰਦੇ ਏਦਾਂ ਕਰਦੇ ਨੇ। ਬਿਲਕੁਲ। ਦੇਖੋ ਨਿੱਜਰ ਸਾਹਿਬ ਕਿੱਡੀ ਵੱਡੀ ਗੱਲ ਸਮਝਾ ਗਏ ਹੋ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿ ਜੇ ਤੇਰੀ ਧੌਣ ਚ ਕਿੱਲਾ ਠੁੱਕ ਗਿਆ ਨਾ, ਤੂੰ ਕੋਈ ਚੰਗੀ ਚੀਜ਼ ਨਹੀਂ ਹੈ, ਤੂੰ ਥੱਲੇ ਜਾ ਰਿਹਾ ਬਹੁਤ ਸਪੀਡ ਦੇ ਨਾਲ। ਤੋ ਇਹ ਚੀਜ਼ ਨੂੰ ਆਪਾਂ ਵਿਚਾਰ ਕਰਨਾ ਹੈ। ਚਲੋ ਆਪਾਂ ਵੀ ਗਲਤੀਆਂ ਕਰਦੇ, ਮੈਂ ਵੀ ਕਰਦਾ, ਨਿੱਜਰ ਸਾਹਿਬ ਵੀ ਕਰਦੇ, ਤੁਸੀਂ ਵੀ ਕਰਦੇ। ਗਲਤੀਆਂ ਅਸੀਂ ਹੈ ਹੀ ਗਲਤੀਆਂ ਦੇ ਪੁਤਲੇ ਹਾਂ, ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਗਲਤੀ ਕਰ ਰਹੇ ਹਾਂ। ਬੇਹੋਸ਼ੀ ਚ ਨਾ ਕੰਮ ਚੱਲੇ, ਪਤਾ ਤੇ ਹੋਵੇ ਕਿ ਮੈਂ ਜਿਹੜਾ ਕਰ ਰਿਹਾ ਵਾਂ ਉਹ ਹੈ ਵਾ, ਮੈਨੂੰ ਪਤਾ ਹੋਣਾ ਚਾਹੀਦਾ। ਠੀਕ ਹੈ? ਇਹਦੇ ਵਿੱਚ ਆਪਾਂ ਇਹ ਚੀਜ਼ ਨੂੰ ਸਮਝੀਏ। ਉਹ ਕਹਿੰਦੇ ਮਾਰਕੰਡੇ ਇੱਕ ਰਿਸ਼ੀ ਹੋਏ ਨੇ, ਤੇ ਉਹਨਾਂ ਦੀ ਬੜੀ ਉਮਰ ਲੰਬੀ ਸੀ, ਤੇ ਉਹਨਾਂ ਇੱਕ ਸਧਾਰਨ ਜਿਹਾ ਜੀਵਨ ਬਤੀਤ ਕੀਤਾ। ਵੈਸੇ ਜੀਵਨ ਚੰਗਾ ਵੀ ਬਤੀਤ ਕਰੋ ਤੇ ਕੋਈ ਪ੍ਰੋਬਲਮ ਥੋੜੀ ਹੈ। ਰਾਜੇ ਜਨਕ ਕੋ ਮਹਿਲ ਸੀ, ਬਿਲਕੁਲ, ਪਰ ਉਹਦੇ ਜੀਵਨ ਚ ਧਰਮ ਸੀ। ਠੀਕ ਹੈ? ਹੁਣ ਜਿਹਦੇ ਜੀਵਨ ਚ ਧਰਮ ਆ, ਤੇ ਉਹ ਸਮਝ ਲਓ ਕਿ ਉਹ ਕਮਲ ਦਾ ਫੁੱਲ ਆ। ਉਹ ਛੱਪੜ ਚੁੱਗਿਆ, ਪਰ ਛੱਪੜ ਦਾ ਪ੍ਰਭਾਵ ਉਹ ਤੇ ਨਹੀਂ ਪਵੇਗਾ। ਇਸੇ ਤਰ੍ਹਾਂ ਮਾਇਆ ਦਾ ਪ੍ਰਭਾਵ ਸਾਡੇ ਉੱਤੇ ਨਹੀਂ ਪਏਗਾ। ਹੁਣ ਆਪਾਂ ਜਿਹੜਾ ਕੰਮ ਕਰਦੇ ਹਾਂ, ਤੇ ਸਾਨੂੰ ਪਤਾ ਹੈ ਮੈਂ ਕੀ ਜੋਖ ਰਿਹਾ, ਮੈਂ ਕੀ ਖਰੀਦ ਰਿਹਾ, ਮੈਂ ਕੀ ਵੇਚ ਰਿਹਾ। ਠੱਗੀ ਮਾਰਨ ਦੇ ਨਾਲੋਂ ਜੇ ਤੁਹਾਡੇ ਨਾਲ ਕੋਈ ਠੱਗੀ ਮਾਰ ਜੇ ਨਾ, ਤਾਂ ਕੋਈ ਨੁਕਸਾਨ ਨਹੀਂ ਹੈਗਾ। ਨੁਕਸਾਨ ਤੇ ਉਹਦਾ ਜਿਹੜਾ ਮਾਰ ਗਿਆ, ਤੁਹਾਨੂੰ ਰੱਬ ਨੇ ਫਿਰ ਰਿਜ਼ਕ ਦੇ ਦੇਣਾ, ਅੱਜ ਨਹੀਂ ਤੇ ਕੱਲ ਨੂੰ ਦੇ ਦੂਗਾ। ਪਰ ਜਿਹੜਾ ਮਾਰ ਗਿਆ ਵਾ, ਉਹ ਇੱਕ ਬਹੁਤ ਵੱਡੀ ਮੁਸੀਬਤ ਚ ਫਸ ਚੁੱਕਿਆ, ਕਿਉਂਕਿ ਉਸ ਕੀਤੇ ਕਰਮ ਨੂੰ ਉਹ ਦੁਬਾਰਾ ਸਹੀ ਨਹੀਂ ਕਰ ਸਕਦਾ। ਉਹ ਹੋ ਗਿਆ। ਤੇ ਇੱਥੇ ਉਹ ਕਹਿ ਰਹੇ ਨੇ ਕਿ ਮਾਰਕੰਡੇ ਰਿਸ਼ੀ ਤੋਂ ਸਾਨੂੰ ਸਮਝਾ ਰਹੇ ਨੇ ਕਿ ਬੜਾ ਸਧਾਰਨ ਜੀਵਨ ਬਤੀਤ ਕੀਤਾ ਹੈ। ਫਿਰ ਉੱਥੇ ਕਹਿੰਦੇ ਕਿ ਤੁਸੀਂ ਜਿਹੜੇ ਮਹਿਲ ਚੱਕਰਾਂ ਚ ਨਾ ਪੈ ਜਿਓ, ਕਿਤੇ ਨੀਹਾਂ ਦੇ ਚੱਕਰ ਚ ਨਾ ਪੈ ਜਿਓ, ਕਿਉਂਕਿ ਇਹ ਸੰਸਾਰ ਹੈਗਾ ਹੈ, ਜਦ ਤੱਕ ਤੁਹਾਡੀ ਜ਼ਰੂਰਤ ਹੈ ਇਹ ਸੰਸਾਰ ਤੁਹਾਨੂੰ ਸਲੂਟ ਮਾਰੇਗਾ। ਆਪਨੇ ਦੇਖਿਆ ਨਹੀਂ ਮੁਲਾਜ਼ਮਾਂ ਨੂੰ ਕਿੱਦਾਂ ਲੋਕੀ ਸਲੂਟ ਮਾਰਦੇ ਨੇ, ਕਿੱਦਾਂ? ਪਰ ਜਦੋਂ ਉਹ ਰਿਟਾਇਰ ਹੋ ਜਾਂਦਾ ਹੈ, ਕੋਈ ਕਾਮ ਹੀ ਸਧਾਰਨ ਬੰਦਾ ਬਣ ਜਾਂਦਾ ਹੈ। ਸਹੀ ਨਿੱਜਰ ਸਾਹਿਬ? ਬਿਲਕੁਲ। ਜੇ ਇੱਕ ਆਦਮੀ ਕੋਲ ਗੁਣ ਹੋਣ ਨਾ, ਤੇ ਫਿਰ ਜਿਹੜਾ ਹੈਗਾ ਬਾਅਦ ਵਿੱਚ ਵੀ ਸਲੂਟ ਵੱਜਦੇ ਰਹਿੰਦੇ ਆ। ਜੇ ਗੁਣ ਹੈ ਨਹੀਂ ਗੇ ਤੇ ਫਿਰ ਭਾਈ ਫਿਰ ਜਿਹੜਾ ਹੈਗਾ ਕਿਹੜਾ ਪੁੱਛਦਾ ਹੈ। ਹਾਂ, ਫਿਰ ਮੁਸ਼ਕਿਲ ਹੋ ਜਾਂਦੀ ਆ। ਜੇ ਤੁਸੀਂ ਚੰਗੀ ਤਰ੍ਹਾਂ ਆਪਣੀ ਸੇਵਾ ਨਿਭਾਈ ਆ, ਔਰ ਫਿਰ ਤੇ ਚਲੋ ਉਹ ਤੁਹਾਡੇ ਲਈ ਸੋਭਾ ਹੈ, ਲੋਕ ਵੀ ਤੁਹਾਨੂੰ ਲਾਈਕ ਕਰਨਗੇ। ਪਰ ਜਦੋਂ ਆਪਾਂ ਵੇਖਦੇ ਹਾਂ, ਆਪਣਾ ਹੀ ਜੀਵਨ ਵੇਖਦੇ ਹਾਂ, ਔਰ ਗਲਤ ਤਰੀਕੇ ਨਾਲ ਵੀ ਆਪਾਂ ਪੈਸੇ ਨੂੰ ਕਮਾਉਂਦੇ ਹਾਂ। ਜਾਂ ਮੈਂ ਇਹ ਨਹੀਂ ਕਹਿੰਦਾ ਗੱਲੇ ਪੈਸੇ ਦੀ ਗੱਲ ਨਹੀਂ ਚੱਲਦੀ ਜੀਵਨ ਚ, ਜੇਕਰ ਤੁਸੀਂ ਲਫ਼ਜ਼ਾਂ ਦੇ ਨਾਲ ਕਿਸੇ ਦਾ ਦਿਲ ਦੁਖਾਉਂਦੇ ਜੋ। ਠੀਕ ਹੈ? ਹੁਣ ਕਈ ਕਹਿੰਦੇ ਨੇ ਕਿ ਵੀਰ ਜੀ ਮੇਰੇ ਘਰ ਨਾਲ ਸ਼ਾਂਤੀ ਨਹੀਂ ਹੈਗੀ, ਤੇ ਮੈਂ ਕਹਿੰਦਾ ਕਿ ਵੀਰ ਜੀ ਏਦਾਂ ਕਰੋ, ਤੁਸੀਂ ਘਰ ਚ 7 ਜੀਅ ਜੋ। ਜੇ ਤੁਹਾਡੇ ਘਰ ਚ ਇੱਕ ਜੀਅ ਵੀ ਉਹਦੇ ਤੇ ਕੁਛ ਹੋ ਰਿਹਾ ਹੈ, ਜਾਂ ਉਹਨੂੰ ਚੰਗਾ ਕੱਪੜਾ ਨਹੀਂ ਮਿਲ ਰਿਹਾ, ਜਾਂ ਚੰਗਾ ਖਾਣ ਨੂੰ ਨਹੀਂ ਮਿਲ ਰਿਹਾ, ਜਾਂ ਉਹਦੀ ਉਨੀ ਵੈਲਿਊ ਨਹੀਂ ਕੀਤੀ ਜਾ ਰਹੀ ਜਿੰਨੀ ਹੋਣੀ ਚਾਹੀਦੀ ਆ, ਤੇ ਮੈਂ ਤੁਹਾਡੇ ਘਰ ਚ ਨੈਗੇਟਿਵ એનર્ਜੀ ਆ ਜਾਣੀ ਆ, ਆਪਣੇ ਆਪ ਹੀ ਆ ਜਾਣੀ ਆ। ਸਹੀ ਨਿੱਜਰ ਸਾਹਿਬ? ਕਿਉਂਕਿ ਤੁਸੀਂ ਹਰ ਇੱਕ ਨੂੰ ਹੱਕ ਦੇਣਾ, ਇਹੋ ਹੀ ਧਰਮ ਆ, ਹੋਰ ਕੁਛ ਧਰਮ ਨਹੀਂ। ਧਰਮ ਦਾ ਮਤਲਬ ਹੈ ਕਿ ਜਹਾਰਕ ਜੋ ਤੁਸੀਂ ਕਰਨਾ ਹੈ, ਜਿੱਥੇ ਤੁਹਾਡੀ ਡਿਊਟੀ ਬਣਦੀ ਹੈ, ਭਾਵੇਂ ਕੋਈ ਦੇਖੇ ਭਾਵੇਂ ਕੋਈ ਨਾ ਦੇਖੇ। ਕਿਉਂਕਿ ਤੁਸੀਂ ਇਹ ਨਾ ਸੋਚੋ ਕਿ ਲੋਕੀ ਨਹੀਂ ਵਹਿੰਦੇ ਪਏ ਆ, ਪਰ ਕੁਦਰਤ ਤੁਹਾਨੂੰ ਵਹਿੰਦੀ ਪਈ ਆ। ਫਿਰ ਉਸ ਚੀਜ਼ ਦਾ ਜਿਹੜਾ ਹੈਗਾ ਮਾਪਦੰਡ ਹੈਗਾ ਵਾ, ਉਹ ਸਿਸਟਮ ਚ ਆ ਜਾਏਗਾ। ਤੋ ਆਪਾਂ ਇਸ ਚੀਜ਼ ਨੂੰ ਸਮਝੀਏ। ਇਸੇ ਕਰਕੇ ਸਾਨੂੰ ਸਮਝਾ ਰਹੇ ਨੇ ਕਿ ਸਧਾਰਨ ਜੀਵਨ ਬਤੀਤ ਕਰੋ, ਔਰ ਸਾਫ਼ ਸੁਥਰਾ ਜੀਵਨ ਬਤੀਤ ਕਰੋ।
ਅੱਗੇ ਕਰੋ ਨਿੱਜਰ ਸਾਹਿਬ, ਅਗਲੀ ਤੁਕ ਬੋਲੋ। ਹਾਂ, ਨਾਲੇ ਜੇ ਆਪਾਂ ਮਹਿਲ ਮਾੜੀਆਂ ਵੀ ਹੈਗੀਆਂ ਆ ਤੇ ਉਹਨਾਂ ਦਾ ਮਾਣ ਨਾ ਕਰੀਏ, ਔਰ ਆਪਾਂ ਜਿਸ ਕੰਮ ਵਾਸਤੇ ਆਏ ਆ ਉਹ ਕੰਮ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਨਿਭਾਈਏ। ਤੇ ਹਾਂਜੀ, ਅੱਗੇ ਕਹਿ ਰਹੇ ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ ਰਹਾਓ। ਕਹਿੰਦੇ ਸਾਡਾ ਜਿਹੜਾ ਹੈਗਾ ਸਾਨੂੰ ਭੇਜਣ ਵਾਲਾ, ਸਾਡਾ ਕਰਤਾ ਜਿਹੜਾ ਹੈਗਾ, ਜਿਹਨੇ ਸਾਨੂੰ ਬਣਾਇਆ ਹੈਗਾ, ਉਹ ਮਾਲਕ ਪਰਮਾਤਮਾ ਹੈਗਾ, ਰਾਮ ਸਨੇਹੀ ਹੈਗਾ। ਉਹ ਪ੍ਰੇਮ, ਉਹਦੇ ਨਾਲ ਪ੍ਰੇਮ ਕਰਨਾ ਹੈ, ਉਹ ਪ੍ਰੇਮ ਕਰਨ ਵਾਲਾ ਹੈ, ਉਹ ਪ੍ਰੇਮ ਹੀ ਹੈਗਾ ਮਾਲਕ ਪਰਮਾਤਮਾ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਇਸ ਸਰੀਰ ਦਾ ਕਾਹਦਾ ਗਰਭ ਹੈਗਾ, ਕਾਹਦੀਆਂ ਜਿਹੜੀਆਂ ਹੈਗੀਆਂ ਨੀਵਾਂ ਦਾ ਜਿਹੜਾ ਹੈਗਾ ਇਹ ਮਹਿਲ ਮਾੜੀਆਂ ਦਾ ਘਮੰਡ ਹੈਗਾ ਪਾਏ। ਇਹਨੇ ਜਿਹੜਾ ਹੈਗਾ ਤੇਰਾ ਸਰੀਰ ਹੀ ਜਿਹੜਾ ਹੈਗਾ ਝੂਠਾ, ਇਹਨੇ ਬਿਨ ਸਜਾਣਾ ਆ, ਤੇ ਜਿਹੜਾ ਕੰਮ ਕਰਨਾ ਆ ਉਹ ਕੰਮ ਨਹੀਂ ਕੀਤਾ ਤੇ ਪਿਆਰਿਆ ਫਿਰ ਜਿਹੜਾ ਹੈਗਾ ਇਹ ਸਰੀਰ ਤੈਨੂੰ ਜਿਹੜਾ ਹੈਗਾ ਮਿਲਣਾ ਨਹੀਂ ਆ, ਬਹੁਤ ਰੇਅਰ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਹਮਰਾ ਕਰਤਾ ਰਾਮ ਸਨੇਹੀ, ਕਹਿੰਦੇ ਕਿ ਸਾਡਾ ਤੇ ਬਈ ਪ੍ਰਮਾਤਮਾ ਹੀ ਕਰਨ ਵਾਲਾ, ਅਸੀਂ ਤੇ ਕਿਤੇ ਨਹੀਂ ਕਿਹਾ ਕਿ ਮੈਂ ਕਰਦਾ, ਤੇ ਤੂੰ ਕਹਿੰਦਾ ਕਿ ਮੈਂ, ਤੂੰ ਕੱਲ ਨੂੰ ਫਿਰ ਗਰਭ ਕਰਦਾ ਕਿ ਮੈਂ ਕਰਦਾ। ਹੁਣ ਦੇਖਿਆ ਨਹੀਂ ਤੁਸੀਂ, ਕਈ ਬੰਦੇ ਕਹਿ ਦਿੰਦੇ ਨੇ ਵੀ ਮੈਂ ਆਹ ਫਲਾਨਾ ਕੰਮ ਕੀਤਾ ਜੀ, ਮੈਂ ਟਿਮਕਾ ਕੀਤਾ। ਇਹ ਜਸਟ ਇੱਕ, ਮੈਂ ਨਹੀਂ ਕਹਿੰਦਾ ਕਿ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਮਾੜੀ ਚੀਜ਼ ਆ, ਆਪ ਕਹਿ ਸਕਦੇ ਜੋ ਮੈਂ ਕੀਤਾ, ਪਰ ਜਦੋਂ ਆਪਾਂ ਸੋਚਦੇ ਹਾਂ ਕਿ ਮੈਂ ਕੀਤਾ ਤੇ ਉਹ ਉੱਥੇ ਫਿਰ ਆਪਾਂ ਥੋੜੇ ਗਲਤ ਹੋ ਜਾਂਦੇ ਹਾਂ। ਕਿਉਂ ਗਲਤ ਹੋ ਜਾਂਦੇ ਹਾਂ? ਕਿਉਂਕਿ ਮੈਂ ਜਿਹੜਾ ਇਸ ਜਗ੍ਹਾ ਤੇ ਪਹੁੰਚਿਆ ਨਾ, ਮੈਂ ਹਵਾ ਚੋਂ ਨਹੀਂ ਪੈਦਾ ਹੋਇਆ, ਮੈਨੂੰ ਕਿਸੇ ਨੇ ਪਰਵਰਿਸ਼ ਕੀਤੀ ਆ, ਔਰ ਮੈਨੂੰ ਉੱਥੋਂ ਤੱਕ ਪਹੁੰਚਾਉਣ ਦੇ ਲਈ ਕਈ ਪ੍ਰੋਫੈਸਰ, ਕਈ ਟੀਚਰ, ਕਈ ਉਸਤਾਦ, ਮੇਰੇ ਮਾਂ-ਬਾਪ, ਮੇਰੇ ਆਂਢ ਗੁਆਂਢ, ਜਿਨ੍ਹਾਂ ਨੇ ਮੈਨੂੰ ਗਰੂਮ ਕੀਤਾ, ਮੈਨੂੰ ਡਿਵੈਲਪ ਕੀਤਾ, ਉਹਨਾਂ ਨੇ ਮੈਨੂੰ ਹੈਲਪ ਕੀਤੀ, ਤਾਂ ਮੈਂ ਇੱਕ ਐਸੀ ਜਗ੍ਹਾ ਤੇ ਪਹੁੰਚਿਆ ਤੇ ਫਿਰ ਮੈਂ ਇਸ ਪੋਜੀਸ਼ਨ ਦਾ ਲਾਇਕ ਬਣਿਆ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਪਰ ਬੰਦਾ ਏਦਾਂ ਨਹੀਂ ਕਹਿੰਦਾ, ਬੰਦਾ ਕਹਿੰਦਾ ਮੈਂ ਕੀਤਾ, ਮੈਂ ਇਕੱਲਾ ਹੀ ਆ ਗਿਆ, ਉਹ ਮਗਰਲਿਆਂ ਨੂੰ ਯਾਦ ਨਹੀਂ ਕਰਦਾ। ਦੇਖੋ ਜਿਹੜੀ ਮਹਿਲ ਦੇ ਉੱਪਰ ਸਭ ਤੋਂ ਉੱਪਰ ਇੱਟ ਲੱਗੀ ਹੈ ਨਾ, ਜੇਕਰ ਉਹ ਕਹਿੰਦੀ ਨਾ ਮੈਂ ਸਭ ਤੋਂ ਉੱਚੀ ਹਾਂ, ਪਰ ਉਹਨੂੰ ਇਹ ਵੀ ਸੋਚਣਾ ਚਾਹੀਦਾ ਕਿ ਤੈਨੂੰ ਉੱਚਿਆਂ ਕਰਨ ਵਿੱਚ ਕਿੰਨੀਆਂ ਇੱਟਾਂ ਹੋਰ ਲੱਗੀਆਂ ਨੇ ਥੱਲੇ ਓਟ। ਤੋਂ ਬੰਦਾ ਇਹ ਜੇ ਸੋਚਦਾ ਹੈ ਤੇ ਫਿਰ ਬੰਦਾ ਡੋਲਦਾ ਨਹੀਂ ਹੈ, ਨਾ ਬੰਦੇ 'ਚ ਈਗੋ ਆਉਂਦੀ ਹੈ। ਤੇ ਜਦੋਂ ਆਪਾਂ ਕਹਿੰਦੇ ਮੈਂ ਇਕੱਲੇ ਕੀਤਾ, ਫਿਰ ਹੰਕਾਰ ਆ ਜਾਂਦਾ। ਠੀਕ ਹੈ ਜੀ, ਅੱਗੇ ਚੱਲੀਏ। ਹਾਂਜੀ ਵੀਰ ਜੀ, ਨਾਲੇ ਇੱਕ ਗੱਲ ਦੇਖ ਲਓ, ਇਨਸਾਨ ਦੀ ਫਿਤਰਤ ਐਸੀ ਹੈਗੀ ਆ, ਇਹੀ ਜਿਹੜਾ ਹੈਗਾ ਔਗੁਣ ਹੈਗਾ ਸਭ ਤੋਂ ਭਾਰੀ। ਕਿਉਂਕਿ ਜਦ ਇਨਸਾਨ ਜਿਹੜਾ ਹੈਗਾ, ਜਿਹੜਾ ਆਪਣੇ ਜਿਨ੍ਹਾਂ ਨੇ ਇੱਥੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਹੀ ਆਪਾਂ ਨੂੰ ਸਪੋਰਟ ਕੀਤਾ ਹੈ, ਆਪਾਂ ਉਹਨਾਂ ਨੂੰ ਹੀ ਨਹੀਂ ਸਿਆਣਦੇ, ਤੇ ਜਿਹੜਾ ਮਾਲਕ ਪਰਮਾਤਮਾ ਉਹਨੇ ਆਪਾਂ ਨੂੰ ਸਰੀਰ ਦਿੱਤਾ ਹੈ, ਸਾਰਾ ਕੁਝ ਦੇ ਰਿਹਾ ਆ, ਉਹਦੀ ਤਾਂ ਦੂਰ ਦੀ ਗੱਲ ਆ। ਫਿਰ ਆਹੀ ਡਿਫੈਕਟ ਹੈਗਾ। ਹਾਂ ਦੇਖੋ ਪਤਾ ਕੀ ਹੈ, ਜੇਕਰ ਆਪਾਂ ਉਹਨਾਂ ਨੂੰ ਭੁੱਲ ਜਾਵਾਂਗੇ, ਪਰ ਪ੍ਰਕਿਰਤੀ ਤੇ ਵਹਿੰਦੀ ਪਈ ਹੈ ਨਾ। ਪ੍ਰਕਿਰਤੀ ਕਹਿੰਦੀ ਹੈ ਕਿ ਜਦੋਂ ਇਹਨੂੰ ਲੋੜ ਸੀ ਤੇ ਇਹਨੂੰ ਕਿੰਨਿਆਂ ਲੋਕਾਂ ਨੇ ਮਦਦ ਕੀਤੀ, ਔਰ ਹੁਣ ਜਦੋਂ ਜਿਨ੍ਹਾਂ ਨੇ ਇਹਨੂੰ ਮਦਦ ਕੀਤੀ ਹੈ ਤੇ ਇਹਨੂੰ ਦਿਖਦੇ ਨਹੀਂ ਪਏ, ਉਹਨਾਂ ਦੀ ਜ਼ਰੂਰਤਾਂ ਨਹੀਂ ਦਿਖਦੀਆਂ ਪਈ। ਏਦਾਂ ਬੰਦਾ ਕਰਦਾ ਹੈ, ਫਿਰ ਉਹ ਕਹਿੰਦਾ ਕਿ ਇਹ ਜਿਹੜਾ ਮੈਂ ਕੀਤਾ ਸਾਰਾ ਮੇਰਾ ਹੈ, ਔਰ ਫਿਰ ਜਿੰਨਾ ਆਪਾਂ ਇਕੱਠਾ ਕਰੀ ਜਾਵਾਂਗੇ ਆਪਾਂ ਉਹਨੇ ਪਰੇਸ਼ਾਨ। ਕਿਉਂਕਿ ਆਪਾਂ ਕੀ ਕੀਤਾ, ਉਸ ਨਦੀ ਦੀ ਧਾਰਾ ਨੂੰ ਰੋਕ ਲਿਆ। ਵੈਸੇ ਵੀ ਤੁਹਾਨੂੰ ਜੇ ਕੁਛ ਮਿਲ ਰਿਹਾ ਹੈ ਨਾ, ਤੇ ਆਪ ਜੀ ਦੇਖੋ, ਆਪ ਜੀ ਦੇ ਜੀਵਨ ਦੇ ਵਿੱਚ ਉਹ ਜੇਕਰ ਵੱਧ ਵੀ ਪੈਸਾ ਆ ਰਿਹਾ ਨਾ, ਉਹ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੇ ਕਰਕੇ ਵੀ ਕਈ ਹੋ ਸਕਦਾ ਹੈ। ਕਈ ਵਾਰੀ ਬੰਦਾ ਕੁਆਰਾ ਹੁੰਦਾ, ਵੇਖੋ ਉਹਨੂੰ ਮਤਲਬ ਉਹਨੂੰ ਬਹੁਤੀ ਇੱਜ਼ਤ ਜੀ ਨਹੀਂ ਹੁੰਦੀ ਉਹਦੀ, ਨਾ ਉਹ ਕੋ ਬਹੁਤੀ ਵਧੀਆ ਨੌਕਰੀ ਹੁੰਦੀ। ਉਹ ਜਦੋਂ ਮੈਰਿਡ ਹੋ ਜਾਂਦਾ, ਵੇਖੋ ਉਹਦਾ ਸੰਜੋਗ ਕਿੱਦਾਂ ਖੁੱਲਦਾ, ਉਹ ਬਹੁਤ ਪ੍ਰੋਗਰੈਸ ਕਰ ਜਾਂਦਾ। ਕਿਉਂਕਿ ਉਹ ਜਿਹੜੀ ਔਰਤ ਜਾਂ ਮਰਦ ਆ, ਉਹ ਆਪਣਾ ਲੱਕ ਨਾਲ ਲੈ ਕੇ ਆਉਂਦੇ ਨੇ, ਆਪਣੀ ਕਿਸਮਤ। ਉਹਦੇ ਕਰਕੇ ਜਿਹੜਾ ਤੁਹਾਡਾ ਮੰਨ ਲਓ ਜੇ 17 ਘੱਟ ਵੀ ਡਾਊਨ ਵੀ ਆ, ਤਾਂ ਅਪ ਹੋ ਜਾਂਦਾ, ਕਿਉਂਕਿ ਉਹਦੇ ਭਾਗਾਂ 'ਚ ਲਿਖਿਆ। ਨਿੱਜਰ ਸਾਹਿਬ ਸਹੀ ਗੱਲ ਹੈ? ਬਿਲਕੁਲ। ਇਹ ਬੱਚੇ, ਕਈ ਬੱਚੇ ਤੁਹਾਡੇ ਘਰ ਬੱਚਾ ਆ ਗਿਆ, ਉਹਦੇ ਨਛੱਤਰ ਬੜੇ ਤੇਜ਼ ਨੇ, ਔਰ ਉਹਦੇ ਕਰਕੇ ਕੀ ਹੋਣਾ ਕਿ ਤੁਹਾਨੂੰ ਵੀ ਰਿਜ਼ਕ ਮਿਲ ਜਾਣਾ। ਉਦਾਂ ਤੇ ਟੈਂਟਾਂ ਫਿਸ਼ ਹੋਈ ਪਈ ਸੀ, ਉਹ ਬੱਚਾ ਏਦਾਂ ਦਾ ਆਇਆ, ਕਾਰੋਬਾਰ 'ਚ ਵਾਧਾ ਪੈਣ ਡਿਆ ਪਿਆ। ਕਾਰੋਬਾਰ ਕਾਹਦਾ ਵਾ? ਤੁਸੀਂ ਕੋਈ ਕੰਮ ਖੋਲਿਆ, ਉਹ ਤੁਹਾਡਾ ਕੰਮ ਚੱਲ ਪਏਗਾ। ਉਦਾਂ ਕਈ ਵਾਰੀ ਆਪਾਂ ਕੰਮ ਖੋਲਦੇ, ਕੰਮ ਚੱਲਦੇ ਹੀ ਨਹੀਂ ਆ। ਇਹ ਸਭ ਸਟਾਰ ਹੁੰਦੇ ਆ, ਇਹ ਕਿਸਮਤ ਹੁੰਦੀ ਹੈ। ਤੇ ਕਿਸਮਤ ਇਹੋ ਹੀ ਕਹਿੰਦੀ ਆ ਕਿ ਤੂੰ ਸਹੀ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਤੇ ਇਮਾਨਦਾਰੀ ਰਹਿ।
ਇਹ ਨਾ ਹੋਵੇ ਕਿ ਜਦੋਂ ਤੈਨੂੰ ਤਰੱਕੀ ਮਿਲੇ ਤੂੰ ਕਵੇਂ ਕਿ ਮੈਂ ਇਕੱਲੇ ਕੀਤੀ ਹੈ। ਤੇ ਫਿਰ ਜੇ ਤੂੰ ਇਕੱਲਾ ਕਰ ਲੇਗਾ ਫਰਕ ਤੇ ਕੁਝ ਨਹੀਂ ਪੈਣਾ। ਨੁਕਸਾਨ ਤੇਰਾ ਇਹ ਹੋਣਾ ਕਿ ਤੇਰੇ ਅੰਦਰ ਇੱਕ ਹਉਮੈ ਆ ਜਾਣੀ ਆ, ਗਰਭ ਆ ਜਾਣਾ, ਔਰ ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਹਾਂਜੀ ਨਿੱਜਰ ਸਾਹਿਬ। ਹਾਂ, ਉਹਨੇ ਨਾ ਆਪਣੇ ਜਿਹੜਾ ਮਨੁੱਖੀ ਜੂਨ ਜਿਹੜੀ ਆ ਵੇਸਟ ਕਰਵਾ ਦੇਣੀ ਹੈ ਇਸ ਹਉਮੈ ਨੇ, ਕਿਉਂਕਿ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਕਰਤਾ ਹੈਗਾ ਉਹਦੇ ਨਾਲ ਪਿਆਰ ਪਾਉਣਾ ਸੀ, ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਇਹ ਮਨੁੱਖੀ ਸਰੀਰ ਮਿਲਿਆ ਸੀਗਾ, ਤੇ ਉਹ ਆਪਾਂ ਨਹੀਂ ਕਰ ਪਾਵਾਂਗੇ। ਹੁਣ ਅੱਗੇ ਜਿਹੜੇ ਹੈਗੇ ਰਹਾਓ, ਮੇਰੀ ਮੇਰੀ ਕਾਇਰਵ ਕਰਤੇ ਦੁਰਯੋਧਨ ਸੇ ਭਾਈ। ਕਹਿੰਦੇ ਕੌਰਵ ਜਿਹੜੇ ਸੀਗੇ 100 ਸੀਗੇ ਦੇਖੋ, ਤੇ ਉਹ ਪਾਂਡਵਾਂ ਨੂੰ ਤਾਂ ਸਿਆਣਦੇ ਹੀ ਨਹੀਂ ਸੀਗੇ, ਦੁਰਯੋਧਨ ਵਰਗੇ ਯੋਧੇ ਸੀਗੇ। ਕਹਿੰਦੇ ਉਹ ਵੀ ਮੇਰੀ ਮੇਰੀ ਕਰਕੇ ਜਿਹੜੇ ਹੈਗੇ ਆ, ਦੇਖ ਲਓ ਕੀ ਹਾਲਤ ਹੋਈ ਉਹਨਾਂ ਦੀ। 12 ਯੋਜਨ ਛਤਰ ਚਲਿਆ ਥਾ। ਕਹਿੰਦੇ 12 ਯੋਜਨ ਜਿਹੜਾ ਹੈਗਾ ਛਤਰ ਕਹਿੰਦੇ ਆ ਚੱਲਦਾ ਸੀ ਉਹਨਾਂ ਦੇ ਸਿਰ ਦੇ ਉੱਤੇ। 12 ਯੋਜਨ, ਇੱਕ ਯੋਜਨ ਮੇਰੇ ਖਿਆਲ ਜਿਹੜਾ ਹੈਗਾ 4 ਕੋਹ ਦਾ ਹੁੰਦਾ, 1 ਯੋਜਨ 48 ਪਤਾ ਨਹੀਂ ਇੰਨਾ ਕੁ ਜਿਹੜਾ ਹੈਗਾ ਉਹਨਾਂ ਦੇ ਸੀਗਾ, ਜਿਹੜਾ ਹੈਗਾ ਇਹ ਇੰਨੀ ਉਹਨਾਂ ਦੀ ਸੈਨਾ ਸੀਗੀ, ਇੰਨੇ ਬੰਦੇ ਸੀਗੇ ਉਹਨਾਂ ਦੇ ਨਾਲ। ਕਹਿੰਦੇ ਉਹਨਾਂ ਦਾ ਕੀ ਹਾਲਤ ਹੋਇਆ। ਦੇਹੀ ਗਿਰਜਨ ਖਾਈ, ਇੱਥੇ ਗਿਰਜ ਨਾ ਖਾਈ ਲਿਖਿਆ ਹੋਇਆ ਬਾਈ। ਹੁਣ ਲੜਾਈ ਦੇ ਮੈਦਾਨ ਦੇ ਵਿੱਚ ਜਿਹੜਾ ਹੈਗਾ ਉੱਥੇ ਕੋਈ ਸੰਸਕਾਰ ਕਰਨ ਜਾਊਗਾ? ਉੱਥੇ ਤਾਂ ਦੇਹੀ ਜਿਹੜੀ ਹੈਗੀ ਕੁੱਤਿਆਂ ਨੇ, ਬਿੱਲੀਆਂ ਨੇ, ਜਿਹੜਾ ਹੈਗਾ ਗਿਰਜਾਂ ਨੇ, ਇਹਨਾਂ ਨੇ ਖਾਣੀ ਹੈ, ਕਾਵਾਂ ਨੇ, ਹੋਰ ਕਿਹਨਾਂ ਨੇ ਖਾਣੀ ਹੈ ਭਾਈ। 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ। ਕਹਿੰਦੇ ਉਹਦੀ ਜਿਹੜੇ ਹੈਗੇ ਆ ਇਹ ਕੌਰਵਾਂ ਦੀ ਜਾਂ ਦੁਰਯੋਧਨ ਦੀ ਭਾਈ, ਉਹਦਾ ਸਰੀਰ ਜਿਹੜਾ ਹੈਗਾ ਦੇਖ ਲਓ ਕੀ ਹਾਲਤ ਹੋ ਗਈ ਹੈ, ਜਿਹੜਾ ਮੇਰੀ ਮੈਂ ਕਰਦਾ ਸੀਗਾ। ਤੇ ਅੱਗੇ सर्व सोयन, दूसरा एग्जाम्पल दे रहा है, सर्व सोयन की लंका होती रावण से अधिक आई। कहते पूरी दी पूरी सोने की लंका सीगी, सोने की लंका जिहड़ी हैगी आ रावण वर्गे सीगे। कहते इन्ना ज़्यादा जिहड़ा हैगा उहदे कोल इन्नी पावर सीगी। सर्व सोयन की लंका होती रावण से अधिक आई, कहाँ पयो दर बांधे हाथी खिन में पई पर आई। कहते की हो गया जी, उहदे दर दे उत्ते हाथी बने रहिंदे सीगे भाई, ਉਹ ਤਾਂ ਜਿਹੜੇ ਹੈਗੇ ਇੱਕ ਖਿੰਨ ਦੇ ਵਿੱਚ ਜਿਹੜਾ ਹੈਗਾ ਪਰਾਈ ਹੋ ਗਈ, ਵਿਖਣ ਨੂੰ ਦੇ ਦਿੱਤੀ, ਔਰ ਰਾਵਣ ਦਾ ਕੋਈ ਪਤਾ ਨਹੀਂ ਹੈ। ਇਸੇ ਤਰੀਕੇ ਦੇ ਨਾਲ ਜਿਹੜੇ 12 ਯੋਜਨ ਜਿਹੜਾ ਹੈਗਾ 12 ਚੌਕ 48 ਮਾਈਲ ਕਹਿ ਲਓ, ਜਾਂ ਆਪਾਂ ਉਸ ਵੇਲੇ ਜਿਹੜਾ ਕੋਹ ਕਹਿੰਦੇ ਸੀ, 4 ਕੋਹ ਦਾ 1 ਮੀਲ ਹੁੰਦਾ ਸੀ, 1 ਯੋਜਨ ਹੁੰਦਾ ਸੀਗਾ। ਤੇ ਇੰਨਾ ਜਿਹੜੀ ਸੈਨਾ ਸੀਗੀ ਉਹਦੀ ਜਿਹੜੀ ਹੈਗੀ ਦੇਹੀ, ਉਹ ਵੀ ਜਿਹੜੀ ਹੈਗੀ ਗਿਰਜਾ ਨੇ ਖਾ ਲਈ ਕਹਿੰਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਕਹਿ ਰਹੇ ਨੇ ਕਿ ਮੇਰੀ ਕੈਰੋ ਦਾ ਜਿਹੜਾ ਦੁਰਯੋਧਨ ਸੀ ਉਹਨੇ ਕੀਤੀ ਸੀ, ਮੈਂ ਕਰੀ ਜਾਂਦਾ ਸੀ। ਤੇ ਉਹ ਗੱਲ ਤੇ ਉਹੀ ਆ ਕਿ ਬੰਦਾ ਵੀ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ ਹੈ, ਬੰਦੇ ਕੋਲ ਪੈਸਾ ਫਿਰ ਹਜਮ ਨਹੀਂ ਹੁੰਦਾ, ਉਹ ਫਿਰ ਮੈਂ ਕਰਦਾ ਹੈ। ਔਰ ਤੁਸੀਂ ਵੇਖੋਗੇ ਕਿ ਕਈ ਤੁਹਾਡੇ ਆਂਢ ਗੁਆਂਢ ਵੀ ਹੋਣਗੇ, ਘਰਾਂ 'ਚ ਹੁੰਦੇ। ਹੁਣ ਜਿਹੜਾ ਬੰਦਾ ਜਿਹਦੀ ਧੌਣ 'ਚ ਸਰੀਆ ਹੁੰਦਾ ਨਾ, ਉਹਦੇ ਨਾਲ ਰਹਿਣਾ ਬੜਾ ਔਖਾ ਹੁੰਦਾ, ਕਿਉਂਕਿ ਉਹ ਓਵਰ ਪ੍ਰਾਊਡ ਹੀ ਹੁੰਦਾ। ਜਿੰਨਾ ਬੰਦਾ ਓਵਰ ਪ੍ਰਾਊਡ ਹੀ ਹੁੰਦਾ ਵਾ, ਉਹਨਾਂ ਉਹ ਬੰਦਾ ਜਿਹੜਾ ਨਾ ਉਹਦੇ ਅੰਦਰ ਜਿਹੜੀ ਚੇਤਨਾ ਘਟਦੀ ਜਾਂਦੀ, ਉਹ ਜੜ ਹੋ ਜਾਂਦਾ। ਪ੍ਰਾਊਡ ਕਰਨਾ ਮਤਲਬ ਕਿ ਬੰਦਾ ਜੜ ਆ, ਗਿਆਨੀ ਗੁਰ 'ਚ। ਬਹੁਤ ਵਧੀਆ। ਤੇ ਜਿਹੜਾ ਗਿਆਨੀ ਹੁੰਦਾ ਉਹ ਤੇ ਬੋਲਦਾ ਨਹੀਂ ਆ। ਦੇਖ ਲਓ ਫਰੂਟ ਵਾਲਾ ਜਿਹੜਾ ਦਰਖਤ ਹੁੰਦਾ ਹੈ ਗੁਰਕੀ ਸਾਹਿਬ, ਫਰੂਟ ਵਾਲਾ ਦਰਖਤ ਹੀ ਝੁਕਦਾ ਆ। ਜਿਹਦੇ ਕੋਲ ਫਰੂਟ ਹੀ ਹੈ ਨੀਗਾ ਤੇ ਉਹਨੇ ਤਾਂ ਜਿਹੜਾ ਹੈਗਾ ਬਾਂਸ ਵਰਗਾ ਥੋੜੀ ਨਾ ਝੁਕੇਗਾ। ਹਾਂ, ਉਹਨੇ ਵਿਚਾਰੇ ਨੇ ਚੱਕਣਾ, ਜਿਹੜਾ ਅੰਦਰੋਂ ਖਾਲੀ ਆ ਉਹਨੇ ਟੈਂ ਕਰੀ ਜਾਣੀ। ਉਹ ਜਿਹੜੇ ਭਰੇ ਹੁੰਦੇ ਉਹ ਸ਼ਾਂਤ ਰਹਿੰਦੇ ਨੇ। ਦੁਰਯੋਧਨ ਵੀ ਮੈਂ ਕਰਦਾ ਫਿਰਦਾ ਸੀ, ਫਿਰ ਵੇਖੋ ਕਿੰਨਾ ਉਹਦਾ ਰਾਜ ਭਾਗ ਸੀ। ਤੇ ਆਖਰ ਚ ਵੇਖੋ ਕਿ ਉਹਦੀ ਜਿਹੜੀ ਚਮੜੀ ਸੀ ਗਿਰਜਾ ਨੇ ਖਾਧੀ ਸੀ, ਕਿਉਂਕਿ ਉਹਨੇ ਐਸਾ ਕੋਈ ਕਰਮ ਹੀ ਨਹੀਂ ਕੀਤਾ। ਹੁਣ ਉਹਦੇ ਕੋਲ ਵੇਖੋ ਕਿੰਨਾ ਪੈਸਾ ਸੀ। ਬੰਦਾ ਉਹਨੂੰ ਹੀ ਯਾਦ ਕਰਦੇ ਨੇ ਲੋਕ, ਉਸੇ ਬੰਦੇ ਨੂੰ ਯਾਦ ਕਰਦੇ ਨੇ ਜਿਹੜਾ ਬੰਦਾ ਸੰਸਾਰ ਦੇ ਵਿੱਚ ਕੁਝ ਦੇ ਕੇ ਜਾਂਦਾ। ਆਪਾਂ ਜੇਕਰ ਇਹ ਧਰਤੀ ਨੂੰ ਖੂਬਸੂਰਤ ਬਣਾ ਕੇ ਜਾਂਦੇ ਹਾਂ ਤੇ ਪਰਮਾਤਮਾ ਖੁਸ਼ ਹੁੰਦਾ ਹੈ, ਤੇ ਜੇਕਰ ਆਪਾਂ ਧਰਤੀ ਤੇ ਗੰਦ ਪਾ ਜਾਂਦੇ ਹਾਂ ਤੇ ਪਰਮਾਤਮਾ ਕਿੱਥੋਂ ਖੁਸ਼ ਹੋਊਗਾ। ਸਭ ਤੋਂ ਪਹਿਲਾਂ ਇਹ ਜਿਹੜਾ ਸਾਡੇ ਲਾਗੇ ਆ, ਜਿੱਥੇ ਆਪਾਂ ਬਿਲਕੁਲ ਹੀ ਬੈਠੇ ਆ, ਜਿਹੜੇ ਆਪਣਾ ਆਲਾ ਦੁਆਲਾ ਜਾਂ ਆਪਣੇ ਤੋਂ ਵੱਡੇ ਜਾਂ ਆਪਣੇ ਤੋਂ ਛੋਟੇ, ਜੇਕਰ ਸਾਡੇ ਜੀਵਨ ਦਾ ਉਹਨਾਂ ਨੂੰ ਕੋਈ ਸੁੱਖ ਨਹੀਂ ਪ੍ਰਾਪਤ ਹੋ ਰਿਹਾ, ਜੇਕਰ ਅਸੀਂ ਸਾਡੀ ਜ਼ੁਬਾਨ ਹੀ ਉਹਨਾਂ ਦੇ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕਰ ਰਹੇ, ਤੇ ਫਿਰ
ਬਾਕੀ ਦੁਨੀਆ ਨਾਲ ਆਪਾਂ ਕਿੱਦਾਂ ਵਰਤਾਂਗੇ। ਆਪਾਂ ਜੇਕਰ ਇੱਕ ਛੋਟੀ ਚੀਜ਼ ਨੂੰ ਅੰਡਰਸਟੈਂਡ ਕਰ ਜਾਈਏ ਤੇ ਕਾਫੀ ਵੱਡਾ ਕੰਮ ਹੋ ਜਾਂਦਾ ਹੈ। ਸ਼ੁਰੂਆਤ ਤੁਸੀਂ ਆਪਣੇ ਲਾਗੇ ਵਾਲਿਆਂ ਤੋਂ ਕਰੋ, ਔਰ ਸਭ ਤੋਂ ਵੱਡੀ ਗੱਲ ਜੇ ਆਪਣੇ ਜੀਵਨ ਸਾਥੀ ਤੋਂ ਸ਼ੁਰੂ ਕਰੋ, ਉਸ ਤੋਂ ਬਾਅਦ ਆਪਣੇ ਬੱਚੇ ਤੇ ਆਪਣੇ ਮਾਂ-ਬਾਪ ਤੋਂ ਸ਼ੁਰੂ ਕਰੋ। ਇਹ 4-5 ਰਿਸ਼ਤੇ ਜਿਹੜੇ ਹੈਗੇ ਆ, ਜੇਕਰ ਤੁਸੀਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਨਿਭਾ ਜਾਂਦੇ ਜੋ, ਤਾਂ ਬਹੁਤ ਵੱਡੀ ਗੱਲ ਹੈ। ਇੱਥੇ ਕਾਫੀ ਕੁਛ ਹੁੰਦਾ ਹੈ, ਔਰ ਇੱਥੇ ਹੀ ਖਾਸ ਕਰਕੇ ਸਾਨੂੰ ਕੰਮ ਕਰਨ ਦੀ ਲੋੜ ਹੈ, ਕਿਉਂਕਿ ਜਦੋਂ ਆਪਾਂ ਘਰੋਂ ਟ੍ਰੇਨ ਹੋ ਜਾਂਦੇ ਆ, ਫਿਰ ਸੰਸਾਰ ਤੇ ਜਿੱਥੇ ਮਰਜ਼ੀ ਚਲੇ ਜਾਓ, ਆਪ ਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ। ਅੱਛਾ, ਇੱਥੇ ਕਹਿੰਦੇ ਆ ਕਿ ਉਹ ਦੇਖ ਲਓ ਜਿਹੜਾ ਦੁਰਯੋਧਨ ਸੀ ਤੇ ਉਹਦਾ ਹਉਮੈ ਦੇ ਕਰਕੇ ਕੀ ਹਾਲ ਹੋਇਆ, ਤੇ ਜੇਕਰ ਅਸੀਂ ਵੀ ਹਉਮੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਾਂਗੇ ਤਾਂ ਕੋਈ ਵਧੀਆ ਚੀਜ਼ ਨਹੀਂ ਹੈ। ਅੱਜ ਜੇਕਰ ਸਾਡੀ ਗੱਲ ਕੋਈ ਮੰਨ ਰਿਹਾ ਹੈ, ਕਿਉਂਕਿ ਅਸੀਂ ਪਾਵਰਫੁਲ ਨੇ, ਔਰ ਹੌਲੀ ਹੌਲੀ ਕਰਕੇ ਇਹ ਪਾਵਰ ਰਹਿਣੀ ਨਹੀਂ ਆ। ਕੁਦਰਤੀ ਨਿਯਮ ਹੈ। ਤੁਸੀਂ ਦੇਖੋ ਕਿੱਡੇ ਕਿੱਡੇ ਰਾਜੇ ਹੋਏ ਨੇ, ਉਹ ਵੀ ਉਥੋਂ ਚਲੇ ਗਏ ਨੇ, ਮਹਿਲ ਹੀ ਰਹਿ ਗਏ ਉਹਨਾਂ ਦੇ। ਉਹਨਾਂ ਨੇ ਇਹ ਸੋਚਿਆ ਕਿ ਸਾਡੇ ਬੱਚੇ ਰਹਿਣਗੇ ਇੱਥੇ, ਬੱਚੇ ਕਿੱਥੇ ਰਹਿਣੇ, ਬੱਚੇ ਲੱਭੇ ਹੀ ਨਹੀਂ ਉਹਨਾਂ ਦੇ, ਕਿੱਧਰ ਗਏ ਪਤਾ ਨਹੀਂ ਲੱਗਾ। ਦੁਰਯੋਧਨ ਜਿਹੜਾ ਸੀਗਾ, ਜੇ ਮੰਨ ਲਓ ਹੁਣ ਥੋੜਾ ਬਹੁਤ 5 ਪਿੰਡ ਹੀ ਦੇ ਦਿੰਦਾ ਦੇ ਕੀ ਉਹਦਾ ਕੀ ਫਰਕ ਪੈਣਾ ਸੀਗਾ 5 ਪਿੰਡਾਂ ਦੇ ਨਾਲ, ਇੰਨਾ ਰਾਜ ਪਾਟ ਸਾਰਾ ਰਹਿਣਾ ਸੀਗਾ ਉਹਦਾ। ਕਿਤੇ ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਧਰਤੀ ਨਹੀਂ ਦੇਣੀ ਪਾਈ, ਤੇ ਦੇਖ ਲਓ ਫਿਰ ਕੀ ਹਾਲਤ ਹੋ ਗਈ। ਉਹ ਦੇਖੋ, ਉਹਨੂੰ ਛੱਡੋ ਤੇ ਉਹਨੂੰ ਵੇਖੋ, ਜਿਹੜਾ ਮੁਹੰਮਦ ਗਦਾਫੀ ਸੀ, ਸੁਦਾਮ ਹਸੈਨ ਸੀ, ਸੇਮ ਆਪਸ਼ਨ ਉਹਨਾਂ ਨੂੰ ਮਿਲਿਆ ਸੀ, ਪਰ ਉਹਨਾਂ ਨੇ ਸੋਚਿਆ ਕਿ ਸਾਨੂੰ ਹੀ ਰਾਜ ਚਾਹੀਦਾ, ਸਾਨੂੰ ਰਾਜ। ਇਹ ਫਿਰ ਬੰਦਾ ਨਾ ਅੰਨਾ ਬੋਲਾ ਹੋ ਜਾਂਦਾ, ਉਹ ਬੰਦਾ ਸੋਚ ਨਹੀਂ ਵਿਚਾਰ ਕਰਦਾ ਕਿ ਚਲੋ ਜਿਹੜਾ ਸਮਾਂ ਲੰਘ ਗਿਆ ਤੇ ਜੇ ਥੋੜੀ ਬਹੁਤੀ ਉਹ ਥੱਲੇ ਬੰਨੇ ਜਿਹੜੇ ਲੋਕ ਰਹਿਣ ਵਾਲੇ ਉਹਨਾਂ ਨਾਲ ਸਮਝੌਤਾ ਕਰ ਲੈਂਦਾ ਤੇ ਐਡੀ ਵੱਡੀ ਸਮੱਸਿਆ 'ਚ ਨਹੀਂ ਪੈਣਾ ਸੀ। ਵੇਖੋ ਜਿੱਦ ਕੀਤੀ, ਕਿੰਨਾ ਨੁਕਸਾਨ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ। ਸੋ ਇੱਥੇ ਵੀ ਉਹ ਕਹਿ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਜ਼ਿਆਦਾ ਹਉਮੈ 'ਚ ਜੀਵਨ ਬਤੀਤ ਨਾ ਕਰੋ। ਅਗਲੀ ਤੋਂ ਬੋਲੋ ਨਿਜਰ ਸਾਹਿਬ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ। ਕਹਿੰਦੇ ਦੇਖ ਲਓ ਭਾਈ, ਸੋਨੇ ਦੀ ਸੀਗੀ ਆਪਣੀ ਜਿਹੜੀ ਹੈਗੀ ਰਾਵਣ ਦੀ ਸਾਰੀ ਸੈਨਾ, ਸਾਰੀ ਦੀ ਸਾਰੀ ਜਿਹੜੀ ਹੈ ਲੰਕਾ ਜਿਹੜੀ ਹੈਗੀ ਆ, ਉਹਦਾ ਮਹਿਲ ਜਿਹੜਾ ਸੀਗਾ ਉਹ ਸੋਨੇ ਦਾ ਬਣਿਆ ਹੋਇਆ ਸੀਗਾ। ਤੇ ਕੀ ਹੋਇਆ ਉਹਦਾ ਜਿਹੜਾ ਹੈਗਾ ਇੰਨਾ ਬਲੀ ਸੀਗਾ, ਅਧਿਕਾਰੀ ਮਤਲਬ ਇੰਨਾ ਉਹਦਾ ਅਧਿਕਾਰ ਸੀਗਾ ਉਹਦੇ ਕੋਲ। ਕਹਾਂ ਪਇਓ ਦਰ ਬੰਨ੍ਹਦੇ ਹਾਥੀ ਖਿੰਨ ਮੈਂ ਪਈ ਭਰਾਈ। ਕਹਿੰਦੇ ਉਹਨੇ ਹਾਥੀ ਜਿਹੜੇ ਦਰ ਤੇ ਬੰਨੇ ਰਹਿੰਦੇ ਸੀ, ਕਹਿੰਦੇ ਐਡਾ ਵੱਡਾ ਰਾਜਾ ਹੋ ਕੇ ਵੀ ਜਿਹੜਾ ਹੈਗਾ ਇੱਕ ਖਿੰਨ ਦੇ ਵਿੱਚ ਜਿਹੜਾ ਹੈਗਾ ਭਰਾਈ ਹੋ ਗਈ ਸਾਰੀ ਦੀ ਸਾਰੀ ਲੰਕਾ, ਔਰ ਆਪਣਾ ਜਿਹੜਾ ਹੈਗਾ ਸਰੀਰ ਵੀ ਖਤਮ ਹੋ ਗਿਆ ਉਹਦਾ। ਹਾਂਜੀ ਵੀਰ ਜੀ। ਹਾਂਜੀ ਠੀਕ, ਇੱਥੇ ਬਿਲਕੁਲ ਠੀਕ ਸਾਨੂੰ ਸਮਝਾ ਰਹੇ ਨੇ। ਕਹਿੰਦੇ ਕਿ ਜਿੱਥੇ ਰਾਵਣ ਕੋਲ ਸੋਨੇ ਦੀ ਲੰਕਾ ਸੀ, ਹੁਣ ਆਮ ਬੰਦੇ ਕਹਿੰਦੇ ਨੇ ਉਹ ਜੀ ਰਾਵਣ ਬੜਾ ਗਿਆਨੀ ਸੀ, ਉਹਨੂੰ ਬੜੇ ਵੇਦ ਆਉਂਦੇ ਸੀ, ਉਹਨੂੰ ਸ਼ਾਸਤਰ ਆਉਂਦੇ ਸੀ, ਫਲਾਨੀ ਗੱਲ। ਪਰ ਦੇਖੋ ਇਕੱਲੇ ਵੇਦਾਂ ਪੜ੍ਹਨ ਦੇ ਨਾਲ ਕੀ ਹੋਊਗਾ ਜੇਕਰ ਉਹ ਆਊਟਪੁੱਟ ਕੁਛ ਨਹੀਂ ਆਇਆ। ਉਹਦੇ ਆਊਟਪੁੱਟ ਉਹਦੀ ਉਹ ਬਾਣੀ ਤੇ ਕਹਿੰਦੀ ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਆਚਾਰ ਤੇ ਉਹਦੇ ਠੀਕ ਨਹੀਂ ਸੀ। ਉਹ ਦੂਜੇ ਬੰਦੇ ਦੀ ਜਨਾਨੀ ਕੱਢ ਕੇ ਲੈ ਗਿਆ ਸੀ। ਬਾਕੀ ਉਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਹੋਰ ਵੀ ਦੇਖਿਆ ਜਾਵੇ ਨਾ, ਰਾਵਣ ਬੇਸ਼ੱਕ ਗਿਆਨੀ ਸੀ, ਬੇਸ਼ੱਕ ਪੰਡਿਤ ਸੀ, ਜੋ ਮਰਜ਼ੀ ਸੀ, ਪਰ ਉਹਨੇ ਇੱਕ ਵਧੀਆ ਜੀਵਨ ਨਹੀਂ ਬਤੀਤ ਕੀਤਾ ਸੀ। ਉਹਦੇ ਕੋਲ ਕੁਛ ਸੀ ਗੜਬੜ, ਔਰ ਜਿਹਦੇ ਕਰਕੇ ਉਹਨੂੰ ਲੋਕ ਲਾਈਕ ਨਹੀਂ ਕਰਦੇ ਸੀ। ਬੇਸ਼ੱਕ ਉਹ ਗਿਆਨੀ ਸੀ। ਇਸੇ ਵੀ ਤਰ੍ਹਾਂ ਜੇਕਰ ਅਸੀਂ ਸੋਚੀਏ ਅਸੀਂ ਬੜੇ ਗਿਆਨੀ ਆ, ਤੇ ਜੇਕਰ ਅਸੀਂ ਅੰਦਰੋਂ ਰਾਵਣ ਵਾਂਗੂ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਤੇ ਫਿਰ ਵੀ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉਹ ਚੀਜ਼ ਦੇ ਨਾਲ ਕੋਈ ਵੈਲਿਊ ਨਹੀਂ ਹੈਗੀ। ਤਾਂ ਇਸੇ ਕਰਕੇ ਕਹਿ ਰਹੇ ਨੇ ਕਿ ਰਾਵਣ ਕੋ ਵੇਖ ਲੋ ਖੋਲਿਆ ਰਾਜ ਭਾਗ ਵਾਲਿਆਂ ਨੇ। ਤੇ ਹਾਂਜੀ ਨਿਜਰ ਸਾਹਿਬ। ਹਾਂਜੀ ਵੇਖ ਲੋ, ਕਿੰਨਾ ਪਾਵਰਫੁਲ ਹੋਊਗਾ। ਇੱਥੇ ਮੇਰੇ ਵਰਗੇ ਨੂੰ ਕਹੋ ਕਿ ਜਾ ਬਈ ਤੂੰ ਘੋੜਾ ਖਰੀਦ ਲਿਆ। ਹੁਣ ਘੋੜਾ ਖਰੀਦਣ ਜੋਗੇ ਆਪਾਂ ਵੀ ਸੋਚੀਏ 4 ਦੁਖੀਆਂ ਚਾਹੀਦੀਆਂ। ਅਗਲੇ ਨੇ ਹਾਥੀ ਬੰਨੇ ਸੀ, ਜਿੰਨਾ ਮਹਿਲ ਸੀ। ਇਹਦਾ ਮਤਲਬ ਕਿ ਉਹ ਬੰਦੇ ਦੀ ਕਿੰਨੀ ਪਾਵਰਫੁਲ ਕੋਈ ਸ਼ਕਤੀ ਸੀ ਕਿ ਜਿਹਦੇ ਕਰਕੇ ਉਹਦੇ ਦਰਵਾਜ਼ਿਆਂ ਤੇ ਹਾਥੀ ਬੰਨੇ ਰਹਿੰਦੇ ਸਨ। ਕਹਿਣ ਤੋਂ ਭਾਵ ਕਿ ਉਹਦੇ ਮਹਿਲ ਦੇ ਵਿੱਚ ਹਾਥੀ ਏਦਾਂ ਹਨ ਜਿੱਦਾਂ ਲੋਕਾਂ ਨੇ ਲੱਕੜ ਦੇ ਬਣਾ ਘਰ ਰੱਖੇ ਹੁੰਦੇ, ਏਦਾਂ ਹੀ ਏਡਾ ਪਾਵਰਫੁਲ ਰਾਜਾ ਸੀ ਉਹ। ਤੇ ਆਖਰ ਤੇ ਉਹਦਾ ਅੰਤ ਬਹੁਤ ਮਾੜਾ ਹੋਇਆ। ਉਹ ਖਿੰਡ ਦੇ ਵਿੱਚ ਹੀ ਸਾਰਾ ਕੁਝ ਪਰਾਇਆ ਹੋ ਗਿਆ। ਜਿਹੜੀ ਚੀਜ਼ ਉਹਨੇ ਇਕੱਠੀ ਕੀਤੀ ਉਹ ਖੋਹ ਲਈ ਗਈ ਮੌਤ ਜਦੋਂ ਆਈ। ਹਾਂਜੀ ਨਿਜਰ ਸਾਹਿਬ। ਅੱਗੇ ਹੁਣ ਜਿਹੜਾ ਹੈਗਾ ਦੁਰਵਾਸਾ ਰਿਸ਼ੀ ਦੀ ਗੱਲ ਕਰ ਰਹੇ ਆ ਭਾਈ। ਇਹ ਜਾਦਵ ਜਿਹੜੇ ਸੀਗੇ ਉਹ ਕਾਫੀ ਪੈਸੇ ਵਾਲੇ ਸੀਗੇ ਜਾਦਵ।
ਤੇ ਜਾ ਕੇ ਜਿਹੜਾ ਹੈਗਾ ਰਿਸ਼ੀ ਵਿਚਾਰਾ ਭਗਤੀ ਕਰ ਰਿਹਾ ਸੀ, ਉਹਦੇ ਕੋਲ ਚਲੇ ਗਏ, ਰਿਸ਼ੀ ਦੇ ਕੋਲ ਜਾ ਕੇ। ਤੇ ਸਾਰੇ ਜਵਾਨ ਮੁੰਡੇ ਸੀਗੇ, ਸਾਰੇ ਦੇ ਸਾਰੇ। ਇੱਕ ਮੁੰਡੇ ਨੇ ਉਹਦੇ ਪੇਟ ਦੇ ਉੱਤੇ ਉਹਨਾਂ ਨੇ ਉਹ ਜਿਹੜਾ ਕੜਾਇਆ ਜਿਹਾ ਜਿਹੜਾ ਹੈਗਾ ਉਹ ਬੰਨ੍ਹਤਾ, ਤੇ ਉੱਪਰ ਕੱਪੜੇ ਕੁਪੜੇ ਪਾ ਤੇ ਜਨਾਨੀ ਦੇ। ਕਹਿੰਦੇ ਕਿ ऋषि महाराज जी ਜਿਹੜਾ ਹੈਗਾ इसको क्या होगा, इसको क्या बच्चा पैदा होगा इसको। ਤੇ ऋषि ਜਿਹੜਾ ਕਹਿੰਦਾ इसको जो भी होगा तुम्हारा नाश कर देगा, जो भी होगा तुम्हारा नाश कर देगा। ਬਸ ਫਿਰ ਜਿਹੜਾ ਹੈਗਾ ਉਹਨਾਂ ਨੇ ਉਹਨੂੰ ਪਤਾ ਨਹੀਂ ਘਸਾ ਕੇ ਉਹ ਕਿੰਨਾ ਛੋਟਾ ਜਿਹਾ ਰਹਿ ਗਿਆ ਉਹਦੇ ਨਾਲ ਵੀ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇੱਕ ਸ਼੍ਰੀ ਕ੍ਰਿਸ਼ਨ ਜੀ ਨੂੰ ਜਿਹੜਾ ਹੈਗਾ ਉਹਨਾਂ ਦੇ ਪੈਰ ਦੇ ਵਿੱਚ ਜਿਹੜਾ ਤੀਰ ਮਾਰਿਆ ਸੀਗਾ, ਉਹ ਵੀ ਉਸ ਤੀਰ ਉਸੇ ਦਾ ਬਣਿਆ ਹੋਇਆ ਸੀਗਾ, ਉਸੇ ਕੜਾਈ ਦਾ। ਤੇ ਉਹ ਜਿਹੜਾ ਕੁੱਲ ਸੀਗਾ ਉਹਨਾਂ ਦਾ ਜਿਹੜਾ ਹੈਗਾ ਜਾਦਵਾਂ ਦਾ, ਜਿਨ੍ਹਾਂ ਨੇ ਮਜ਼ਾਕ ਕੀਤਾ ਸੀ, ਉਹ ਕੁੱਲ ਸਾਰਾ ਨਾਸ ਹੋ ਗਿਆ ਸੀਗਾ। ਦੁਰਵਾਸਾ ਸਿਓ ਉਹ ਦਰਵਾਸ਼ਾ ਜੀ ਸੀ ਜਿਹੜੇ ਨਾ ਜੀ, ਉਹਨਾਂ ਨੂੰ ਕਿਹਾ ਸੀਗਾ ਵੀ ਇਸ ਦੇ ਮੂਸਲ ਹੋਊਗਾ ਲੋਹੇ ਦਾ, ਵੀ ਉਹ ਤੁਹਾਡੀ ਸਾਰਿਆਂ ਦੀ ਮੌਤ ਦਾ ਕਾਰਨ ਬਣੂਗਾ। ਉਹਨਾਂ ਨੇ ਆ ਕੇ ਫਿਰ ਕ੍ਰਿਸ਼ਨ ਜੀ ਮਹਾਰਾਜ ਨੂੰ ਦੱਸਿਆ ਵੀ ਐਂ ਕਰਕੇ ਇਸ ਤਾਂ ਗਲਤੀ ਕਰ ਬੈਠੇ। ਉਹ ਕਹਿੰਦੇ ਇਹਦੇ ਟੁਕੜੇ ਕਰਕੇ ਨਾ ਇਹਨੂੰ ਦਰਿਆ ਛੱਡ ਦੋ ਸਮੁੰਦਰ ਦੇ ਵਿੱਚ। ਉਹਦੇ ਝਾੜੀਆਂ ਬਣਿਆ ਕੁੱਤਾ ਜੀ, ਉਹ ਮੱਛੀ ਨਿਕਲ ਗਈ, ਉਹਦਾ ਧੀਰ ਬਣਾ ਲਿਆ ਜੀ ਉਹਨੇ, ਧੀਰ ਨੇ ਜੀ। ਉਹ ਕ੍ਰਿਸ਼ਨ ਜੀ ਲੱਤੇ ਲੱਤ ਰੱਖੀ ਹੋਈ ਸੀ, ਉਹਨਾਂ ਨੇ ਸੋਚਿਆ ਕਿਤੇ ਸ਼ੇਰ ਆ, ਉਹਨੇ ਮਾਰਾ ਤੀਰ, ਉਹ ਪਦ ਵਿੱਚ ਲੱਗਿਆ। ਕ੍ਰਿਸ਼ਨ ਜੀ ਮਹਾਰਾਜ ਉੱਤੇ ਚੜਾਈ ਕਰ ਗਏ। ਫਿਰ ਲਵੇ ਆਏ, ਆ ਕੇ ਕਹਿਣ ਲੱਗੇ ਸਭ ਤੋਂ ਵੱਡੀ ਵੱਗਿਆ ਹੋ ਗਈ ਵੀ ਅਸੀਂ ਕ੍ਰਿਸ਼ਨ ਜੀ ਮਹਾਰਾਜ ਤੁਹਾਨੂੰ ਅਸੀਂ ਤੀਰ ਮਾਰਤਾ। ਉਹ ਕਹਿੰਦਾ ਕੋਈ ਗੱਲ ਨੀ, ਮੈਂ ਵੀ ਤੁਹਾਨੂੰ ਕਹਿੰਦਾ ਉਹ ਫੜ ਕੇ ਰਾਮਚੰਦਰ ਦੇ ਟਾਈਮ ਦੇ ਵਿੱਚ ਕਹਿੰਦਾ ਮੈਂ ਵੀ ਤੀਰ ਮਾਰਿਆ ਸੀ ਬਾਲੀ ਨੂੰ ਲੁੱਕ ਕੇ। ਇਸ ਤਰ੍ਹਾਂ ਦੇ ਸੀ ਇਹ। ਠੀਕ ਹੈ ਜੀ। ਕਹਿੰਦੇ ਹੰਕਾਰ ਦੇਖ ਲਓ ਜਿਹੜਾ ਹੈਗਾ, ਹੰਕਾਰ ਮਾੜਾ ਹੁੰਦਾ। ਜਾਦਵਾਂ ਨੇ ਹੰਕਾਰ ਕੀਤਾ ਸੀ ਤੇ ਉਹਨਾਂ ਦਾ ਕੁੱਲ ਨਾਸ ਹੋ ਗਿਆ। ਕਹਿੰਦੇ ਇਸ ਕਰਕੇ ਨਾਮਦੇਵ ਜੀ ਆਖਰੀ ਦੇ ਵਿੱਚ ਆਪਾਂ ਨੂੰ ਨੁਕਤਾ ਦੇ ਰਿਹਾ, ਕਿਰਪਾ ਕਰੀ ਜਾਨੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਮਾਲਕ ਪਰਮਾਤਮਾ ਨੇ ਆਪਣੇ ਜਨ ਦੇ ਉੱਤੇ, ਨਾਮਦੇਵ ਦੇ ਉੱਤੇ ਕਿਰਪਾ ਕਰ ਦਿੱਤੀ ਆ। ਤੇ ਹੰਕਾਰ ਜਿਹੜਾ ਹੈਗਾ ਇਹਦੇ ਹੰਕਾਰ ਦੇ ਨਾਲ ਨਹੀਂ ਉਹਨੂੰ ਜਿਹੜਾ ਹੈਗਾ ਸੰਗਤ ਕਰਨ ਦਿੱਤੀ, ਔਰ ਪਰਮੇਸ਼ਰ ਦੀ ਭਗਤੀ ਕਰਕੇ ਜਿਹੜਾ ਹੈਗਾ ਉਹਨਾਂ ਨੇ ਆਪਣਾ ਟਾਰਗੇਟ ਅਚੀਵ ਕਰ ਲਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਹਦਾ ਮਤਲਬ ਜਿਹੜਾ ਜੀਵਨ ਆ ਉਹਨੂੰ ਆਪਾਂ ਮਤਲਬ ਕਿੱਦਾਂ ਲੈਣਾ ਹੈ, ਉਹਨੂੰ ਕਿੱਦਾਂ ਸਮਝਣਾ ਹੈ। ਹੁਣ ਦੇਖੋ ਕਿ ਜਾਦਵ ਹੈਗੇ ਨੇ ਕੁੱਲ ਦੇ ਮਾਲਕ, ਤੇ ਵੇਖੋ ਉਹਨਾਂ ਨੇ ਏਦਾਂ ਮਤਲਬ ਸ਼ਰਾਪ ਲੈ ਲਿਆ, ਕੁਛ ਏਦਾਂ ਦਾ ਕੰਮ ਕੀਤਾ। ਦੁਰਵਾਸਾ ਜਿਹੜਾ ਸੀ ਰਿਸ਼ੀ, ਆਪ ਸਾਰੇ ਉਹ ਕਹਾਣੀ ਜਾਣਦੇ ਜੋ, ਤੇ ਬਾਰ-ਬਾਰ ਉਹਨੂੰ ਪਰੇਸ਼ਾਨ ਕਰੀ ਜਾਂਦੇ ਸੀ ਰਿਸ਼ੀ ਨੂੰ, ਕੀ ਪੈਦਾ ਹੋਊ ਕੀ ਪੈਦਾ ਹੋਊ। ਤੇ ਉਹਨੇ ਭਜੋਏ ਉਦੋਂ ਸੁਣਿਆ ਨਾ ਕਿਸੇ ਨੇ। ਫਿਰ ਉਹ ਆਇਆ ਤੇ ਫਿਰ ਕਹਿੰਦਾ ਇੱਥੋਂ ਉਹ ਪੈਦਾ ਹੋਊ ਜਿਹੜਾ ਮਤਲਬ ਤੁਹਾਨੂੰ ਨਸ਼ਟ ਕਰ ਦੂ। ਹੁਣ ਇਹ ਚੀਜ਼ ਨੂੰ ਆਪਾਂ ਸਮਝੀਏ ਕਿ ਜਦੋਂ ਕੋਈ ਚੀਜ਼ ਹੋ ਜਾਂਦੀ ਆ ਤੇ ਫਿਰ ਉਹਨੂੰ ਗਲਤ ਕਾਰਨ, ਜਦੋਂ ਗਲਤ ਚੀਜ਼ ਵੀ ਭਾਵੇਂ ਹੋ ਜਾਵੇ ਤੇ ਉਹਨੂੰ ਦੁਬਾਰਾ ਰੋਕਣਾ ਕਾਫੀ ਔਖਾ ਹੈ। ਬੇਸ਼ੱਕ ਉਹਨਾਂ ਲਫ਼ਜ਼ ਬੋਲਤੇ ਹੀ ਸੰਤ ਨੇ ਬੋਲੇ, ਵੈਸੇ ਬਾਣੀ ਚ ਲਿਖਿਆ ਸਾਧੂ ਬੋਲੇ ਸਹਿ ਸੁਭਾਏ, ਤੇ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਇਹ ਗੱਲ ਸੱਚ ਹੈ। ਜਦੋਂ ਵੀ ਤੁਸੀਂ ਬੋਲੋ ਧਿਆਨ ਨਾਲ ਬੋਲਿਆ ਕਰੋ। ਜੇ ਤੁਸੀਂ ਸਾਧਨਾ ਕਰਦੇ ਜੋ, ਐਵੇਂ ਨਹੀਂ ਕੁਛ ਵੀ ਮੂੰਹ ਚ ਆਇਆ ਤੇ ਬੋਲ ਦਿੱਤਾ। ਠੀਕ ਆ, ਓਦਾਂ ਤੁਸੀਂ ਮਜ਼ਾਕ ਨਾ ਬੋਲੋ, ਗੱਲ ਵੱਖਰੀ ਆ, ਪਰ ਕੋਸ਼ਿਸ਼ ਕਰੋ ਜੇ ਤੁਸੀਂ ਭਗਤੀ ਕਰਦੇ ਜੋ, ਬੰਦਗੀ ਕਰਦੇ ਜੋ, ਤੇ ਨਾ ਮਾੜਾ ਕਿਸੇ ਨੂੰ ਬੋਲਣਾ ਕੋਸ਼ਿਸ਼ ਕਰੋ। ਉਹਦਾ ਕਾਰਨ ਪਤਾ ਕਿੰਦਾ। ਫਿਰ ਇੱਕ ਹੋਰ ਤਰੀਕਾ ਹੈਗਾ, ਜੇ ਤੁਸੀਂ ਤੁਹਾਨੂੰ ਮਜਬੂਰ ਜੇ ਤੁਸੀਂ ਬੋਲਦੇ ਜੋ, ਤੁਸੀਂ ਇਸ ਆਦਤ ਤੋਂ ਨਹੀਂ ਆਪਣੇ ਆਪ ਨੂੰ ਰੋਕ ਪਾਉਂਦੇ, ਫਿਰ ਏਦਾਂ ਕਰੋ, ਡੰਡੌਤ ਕਰਕੇ ਲੰਮੇ ਪੈ ਕੇ ਧਰਤੀ ਤੇ ਇੱਕ ਪ੍ਰਮਾਤਮਾ ਦੇ ਗੜੀ ਅਰਦਾਸ ਕਰੋ ਕਿ ਮੇਰੇ ਪਿਤਾ ਮੈਂ ਬੰਦਗੀ ਕਰ ਰਿਹਾ। ਏਦਾਂ ਕਰੀ ਕਿ ਮੇਰੇ ਮੂੰਹ ਚੋਂ ਨਿਕਲਿਆ ਨਾ ਤੇ ਚੰਗਾ ਹੋਵੇ ਤੇ ਨਾ ਹੀ ਮਾੜਾ ਹੋਵੇ। ਠੀਕ ਹੈ ਨਿਜਰ ਸਾਹਿਬ? ਬਿਲਕੁਲ। ਪਤਾ ਕਿਉਂ? ਇਹ એનર્ਜੀ ਅੰਦਰ ਇਕੱਠੀ ਹੁੰਦੀ ਹੈ। ਠੀਕ ਹੈ, ਜਦੋਂ એનર્ਜੀ ਅੰਦਰ ਇਕੱਠੀ ਹੁੰਦੀ ਹੈ, ਜਿੱਦਾਂ ਬੰਦੂਕ ਦੇ ਵਿੱਚ ਗੋਲੀ ਹੋਊਗੀ, ਤੁਸੀਂ ਉਹਦਾ ਨੱਪੋਗੇ, ਘੋੜਾ ਤੇ ਚੱਲਣੀ ਆ। ਇਸੇ ਹੀ ਤਰ੍ਹਾਂ ਜਿਹੜਾ ਬੰਦਾ ਭਗਤੀ ਕਰਦਾ ਹੈ, ਉਹਨੂੰ ਵੀ ਬੋਲਣ ਤੋਂ ਪਹਿਲਾਂ ਵਿਚਾਰ ਕਰਨੀ ਚਾਹੀਦੀ ਹੈ। ਜੇ ਨਹੀਂ ਵਿਚਾਰ ਕਰ ਪਾ ਰਿਹਾ, ਫਿਰ ਡੰਡੌਤ ਕਰਕੇ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ। ਤੁਸੀਂ ਧਰਤੀ ਤੇ ਲੰਮੇ ਪੈ ਕੇ ਜਿੱਥੇ ਮਰਜ਼ੀ ਅਰਦਾਸ ਕਰਕੇ ਆਪਣੀਆਂ ਪਾਵਰਸ ਜਿਹੜੀਆਂ ਹੈਗੀਆਂ ਨੇ
ਉਹ ਪ੍ਰਮਾਤਮਾ ਦੇ ਚਰਨਾਂ 'ਚ ਸਿਲੰਡਰ ਕਰ ਸਕਦੇ। ਫਿਰ ਤੁਹਾਡੇ ਕਹਿਣ ਦੇ ਨਾਲ ਕੁਛ ਨਹੀਂ ਹੋਵੇਗਾ, ਨਾ ਚੰਗਾ ਹੋਵੇਗਾ ਨਾ ਬੁਰਾ ਹੋਵੇਗਾ। ਤੇ ਫਿਰ ਉਹ ਅੱਗੇ ਤੁਕ 'ਚ ਸਾਨੂੰ ਇਹ ਸਮਝਾ ਰਹੇ ਨੇ, ਕਿਰਪਾ ਕਰ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਤੇ ਉਹ ਕਹਿੰਦੇ ਕਿ ਇੱਥੇ ਨਿਜਰ ਮਤਲਬ ਕੀ ਇਹਨਾਂ ਦਾ, ਕਿਰਪਾ ਕੀਤੀ ਤੇ ਮੈਂ ਨਾਮ ਦਿਓ। ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਆਪਣੇ ਜਨ ਦੇ ਉੱਤੇ, ਨਾਮਦੇਵ ਦੇ ਉੱਤੇ, ਤੇ ਮੈਂ ਜਿਹੜੀ ਹੈਗੀ ਉਹਦੀ ਭਗਤੀ ਕਰ ਸਕਿਆ ਆ ਮਾਲਕ ਪਰਮਾਤਮਾ ਦੀ। ਮਾਲਕ ਨੇ ਮਿਹਰ ਕੀਤੀ ਆ, ਮੈਨੂੰ ਜਿਹੜਾ ਹੈਗਾ ਇਹ ਹਉਮੈ ਤੋਂ ਮੈਨੂੰ ਬਚਾ ਕੇ ਰੱਖਿਆ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਕਿਰਪਾ ਪਰਮਾਤਮਾ ਹੀ ਕਰਦਾ। ਆ ਦੇਖੋ, ਜੇਕਰ ਆਪ ਕਥਾ ਸੁਣ ਰਹੇ ਹੋ ਜੋ ਤੇ ਇਹ ਵੀ ਉਹਦੀ ਕਿਰਪਾ ਵਾ। ਕਿਉਂਕਿ ਵੀ ਫ੍ਰੀ 'ਚ ਤੇ ਦਾਖਲਾ ਹੀ ਨਹੀਂ ਮਿਲਦਾ, ਸਕੂਲ 'ਚ ਕਿੱਦਾਂ ਚੱਲ ਜਾਓਗੇ ਤੁਸੀਂ? ਮੈਂ 12 ਤੱਕ ਹੀ ਪੜ੍ਹ ਸਕਿਆ, ਅੱਗੇ ਜਾ ਹੀ ਨਹੀਂ ਪਾਇਆ ਕਿਉਂਕਿ ਹੈ ਹੀ ਨਹੀਂ ਸੀ ਸਿਸਟਮ। ਜੇ ਹੁੰਦਾ ਤਾਂ ਹੋ ਸਕਦਾ ਮੈਂ ਕਾਲਜ ਜਾਂਦਾ ਜਾਂ ਯੂਨੀਵਰਸਿਟੀ ਵੀ ਪੜ੍ਹਦਾ। ਪਰ ਉਹ ਇਹਦਾ ਮਤਲਬ ਤਾਂ ਇਹੋ ਹੀ ਆ ਕਿ ਮੈਂ ਸਮਝਦਾ ਕਿ ਮੇਰੀ ਜਿੱਦਾਂ ਮਤਲਬ ਜਿਹੜੀ ਮੇਰੀ ਸਟੱਡੀ ਉਨੀ ਕੀ ਸੀ ਲਿਖੀ। ਹੁਣ ਜੇਕਰ ਤੁਸੀਂ ਇਹ ਕਲਾਸ ਅਟੈਂਡ ਕਰ ਰਹੇ ਜੋ, ਆਤਮ ਗਿਆਨ ਦੀ ਕਲਾਸ ਹਰ ਦਿਨ ਸੰਗਤ ਕਰ ਰਹੇ ਜੋ, ਇਹਦਾ ਮਤਲਬ ਹੈ ਇਹ ਫ੍ਰੀ 'ਚ ਨਹੀਂ ਜੋ ਮਿਲ ਰਹੀ, ਇਹ ਤੁਹਾਡੇ ਕਰਮ ਨੇ। ਤੁਸੀਂ ਕੁਛ ਕੀਤਾ ਵਾ, ਕੁਛ ਮੰਗਿਆ ਉਹਦੇ ਕੋਲੋਂ, ਤੇ ਉਹਦੇ ਇਹੋ 'ਚ ਪਰਮਾਤਮਾ ਨੇ ਤੁਹਾਨੂੰ ਸੰਗਤ ਬਖਸ਼ੀ। ਅਦਰਵਾਈਜ਼ ਮੁਸ਼ਕਿਲ ਹੈ ਕੰਮ। ਉਹਦਾ ਬਿਨਾਂ ਮਤਲਬ ਦੇ ਕਿੱਥੋਂ ਸੰਗਤ ਕਰ ਸਕਦੇ? ਤੁਸੀਂ ਇੱਕ ਲਫ਼ਜ਼ ਨਹੀਂ ਸੁਣਨਾ, ਬਹੁਤ ਔਖਾ ਹੈ। ਔਰ ਖਾਸ ਕਰਕੇ ਇਹ ਜਿੰਨੀ ਵੀ ਇੱਥੇ ਕਥਾ ਚੱਲਣੀ, ਇਹ ਤੁਹਾਡੀ ਜਿੰਨੀ ਵੀ ਅੰਦਰ ਜਿਹੜੀ ਧਾਰਨਾ ਨਾ, ਉਹਦੇ ਬਰਖਲਾਫ ਹੀ ਚੱਲਣੀ ਹੈ, ਉਹਦੇ ਉਲਟ ਚੱਲਣੀ ਹੈ। ਇੱਥੇ ਗਲਾਰੀ ਫਸਦੀ ਨਹੀਂ ਹੈ ਬੰਦੇ ਦੀ। ਇਹ ਜੇ ਫਸ ਰਹੀ ਆ, ਇਹਦਾ ਮਤਲਬ ਇਹ ਪ੍ਰਮਾਤਮਾ ਦੀ ਕਿਰਪਾ ਹੈ। ਓਦਾਂ ਨਹੀਂ ਗੱਲ ਬਣੇਗੀ। ਠੀਕ ਹੈ ਸਾਧ ਸੰਗਤ ਜੀ। ਹਾਂਜੀ ਨਿਜਰ ਸਾਹਿਬ। ਹਾਂ, ਅਗਲਾ ਸ਼ਬਦ ਆ ਗਿਆ ਜੀ ਨਾਮਦੇਵ ਜੀ ਦਾ। 10 ਬੈਰਾਗਨ ਮੋਹੇ ਬਸ ਕੀਨੀ, ਪੰਚੋਂ ਕਾ ਮਿਟ ਨਾਵੋਂ। ਆਹ ਟਾਰਗੇਟ ਹੈਗਾ ਭਾਈ, ਆਪਾਂ ਨੂੰ ਵੀ ਇਹ ਕੰਮ ਕਰਨਾ ਪੈਣਾ ਹੈ। ਇਹ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, 10 ਦੀਆਂ 10 ਇੰਦਰੀਆਂ ਜਿਹੜੀਆਂ ਹੈਗੀਆਂ, ਬੈਰਾਗਣਾ ਜਿਹੜੀਆਂ ਹੈਗੀਆਂ, ਇਹਨਾਂ ਨੂੰ ਆਪਾਂ ਨੂੰ ਵਸ 'ਚ ਕਰਨਾ ਪੈਣਾ। ਇਹੀ ਜਿਹੜੀਆਂ ਹੈਗੀਆਂ ਮਨ ਨੂੰ ਜਿਹੜਾ ਹੈਗਾ ਸੰਸਾਰ ਦੇ ਨਾਲ ਜਿਹੜੀਆਂ ਹੈਗੀਆਂ ਲੈ ਕੇ ਜਾਂਦੀਆਂ। 10 ਬੈਰਾਗਣ ਮੋਹੇ ਬਸ ਕੀਨੀ, ਪੰਚੋਂ ਕਾ ਮਿਟ ਨਾਵੋਂ। ਪੰਜਾਂ ਦਾ ਨਾਮ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਹੈਗਾ ਅੰਦਰੋਂ ਇਹਨਾਂ ਦਾ ਹੀ ਰਾਜ ਚੱਲ ਰਿਹਾ ਸੀਗਾ ਕਿ ਇਹਨਾਂ ਦਾ ਨਾਮ ਮਿਟ ਗਿਆ ਭਾਈ। ਇਹਨਾਂ ਕੋਲੋਂ ਚਾਰਜ ਲੈ ਲਿਆ। 70 ਦੋਏ ਭਰੇ ਅੰਮ੍ਰਿਤਸਰ। ਕਹਿੰਦੇ ਆ ਸਰੀਰ ਜਿਹੜਾ 72,000 ਨਾੜੀਆਂ, 70 ਤੇ 2 72,000 ਨਾੜੀਆਂ ਵਾਲਾ ਸਰੀਰ ਹੈਗਾ। ਕਹਿੰਦੇ ਇਹਦੇ ਸਾਰੇ ਦੇ ਸਾਰੇ ਜਿਹੜੇ ਹੈਗੇ ਘਰ ਜਿਹੜੇ ਹੈਗੇ ਅੰਮ੍ਰਿਤ ਦੇ ਨਾਲ ਭਰ ਗਏ। 70 ਦੋਏ ਭਰੇ ਅੰਮ੍ਰਿਤਸਰ, ਵਿਖ ਕੋ ਮਾਰ ਕਢਾਵੋਂ। ਇਸ ਤਰ੍ਹਾਂ ਮੈਂ ਜਿਹੜਾ ਹੈਗਾ ਇਹ ਵਿਸ਼ੇ ਵਿਕਾਰ ਜਿਹੜੇ ਹੈਗੇ, ਇਹਨਾਂ ਦੀ ਖਿੱਚ ਜਿਹੜੀ ਹੈਗੀ ਪਦਾਰਥਾਂ ਦੀ, ਚੋਗੇ ਦੀ, ਆਕਾਰ ਦੀ, ਰੂਪ ਦੀ, ਸਰੀਰ ਦੀ ਖਿੱਚ, ਇਹ ਕਹਿੰਦੇ ਆ ਇਹਨੂੰ ਮਾਰ ਕੇ ਪਰੇ ਕਰਤਾ, ਅਰਥਾਤ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰ ਲਿਆ। ਆਹ ਟਾਰਗੇਟ ਹੈਗਾ। ਨਾਮਦੇਵ ਜੀ ਕਹਿੰਦੇ ਪਾਛੇ ਬਹੁਰ ਨਾ ਆਵਨ ਪਾਵੋਂ। ਹੁਣ ਮੈਂ ਦੁਬਾਰਾ ਜਿਹੜਾ ਹੈਗਾ ਸਰੀਰ ਨਹੀਂ ਹੰਡਾਊਂਗਾ, ਹੁਣ ਬਾਰ-ਬਾਰ ਦੁਨੀਆ ਦੇ ਵਿੱਚ ਨਹੀਂ ਆਊਂਗਾ ਹੁਣ, ਕਿਉਂਕਿ ਯਾਤਰਾ ਪੂਰੀ ਕਰ ਲਈ। ਉਹਦੇ ਵਾਸਤੇ ਕੀ ਕਰਾਂਗਾ? ਅੰਮ੍ਰਿਤ ਬਾਣੀ ਘਟਤੇ ਉਚਰੋਂ, ਆਤਮ ਕੋ ਸਮਝਾਵੋ ਰੇ, ਆਤਮ ਕੋ ਸਮਝਾਵੋ ਰਹਾਓ। ਕਹਿੰਦੇ ਮੈਂ ਅੰਮ੍ਰਿਤ ਬਾਣੀ, ਜਿਸ ਬਾਣੀ ਦੇ ਨਾਲ, ਜਿਸ ਧਿਆਨ ਸਿਮਰਨ ਦੇ ਨਾਲ ਮੇਰੇ ਅੰਦਰ ਜਿਹੜੀ ਹੈਗੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਉੱਪਰ ਜਾਂਦੀ ਆ, ਇਹ 9 ਜਿਹੜੇ ਦੁਆਰ, ਇਹ 10 ਇੰਦਰੀਆਂ ਦੇ ਥਰੂ ਜਿਹੜੀ ਹੈਗੀ ਵੇਸਟ ਹੋ ਰਹੀ ਸੀਗੀ। ਕਹਿੰਦੇ ਉਹ ਜਿਹੜੀ ਹੈਗੀ ਬਾਣੀ ਮੈਂ ਉਚਰਦਾ ਆ, ਉਹ ਧਿਆਨ ਸਿਮਰਨ ਕਰਦਾ ਆ, ਆਤਮ ਗਿਆਨ ਜਿਹੜਾ ਹੈਗਾ ਆਤਮ ਗਿਆਨ ਲੈਣਾ ਹੈ। ਅੰਮ੍ਰਿਤ ਬਾਣੀ ਘਟਤੇ ਉਚਰੂ, ਆਤਮ ਕੋ ਸਮਝਾਵੋ ਰਹਾਓ। ਆਇਆ ਆਪਣੀ ਆਤਮਾ ਦੀ ਖੁਰਾਕ, ਆਤਮਾ ਦਾ ਗਿਆਨ। ਵੇ ਕੀ ਕੰਮ ਕਰਨਾ ਹੈ ਆਪਾਂ ਨੇ ਦੁਨੀਆ ਦੇ ਵਿੱਚ? ਜਿਹੜਾ ਅੰਮ੍ਰਿਤ ਆਪਣੇ ਅੰਦਰ ਗੁਪਤ ਆ ਉਹਨੂੰ ਪ੍ਰਗਟ ਕਰਨਾ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਅੰਮ੍ਰਿਤ ਪ੍ਰਗਟ ਹੋ ਗਿਆ ਤੇ ਆਪਾਂ ਜਿਹੜੇ ਅਮਰ ਹੋ ਗਏ। ਫਿਰ ਜਿਹੜਾ ਹੈਗਾ ਸਰੀਰ ਦੀ ਕੈਦ ਚੋਂ ਬਾਹਰ ਹੋ ਗਏ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਗਏ। ਰਹਾਓ। ਹਾਂਜੀ ਵੀਰ ਜੀ। 10 ਬੈਰਾਗਨ ਮੋਹੇ ਬਸ ਕੀਨੀ, ਪੰਚੋਂ ਕਾ ਮਿਟ ਨਾਮੋਂ। ਪੰਚਾਂ ਦਾ ਨਾਮ ਹੀ ਮਿਟ ਗਿਆ। ਕਹਿੰਦੇ ਇਹਨਾਂ ਕੋਲ ਬਿਲਕੁਲ ਕੁਛ ਵੀ ਨਹੀਂ ਹੈ, ਸਾਰੇ ਦੇ ਸਾਰੇ ਕੰਟਰੋਲ ਦੇ ਵਿੱਚ ਹੈਗੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉੱਪਰ ਉਹ ਸਮਝਾ ਰਹੇ ਨੇ 10 ਬੈਰਾਗਣ। ਤੇ ਬੈਰਾਗਣ ਦਾ ਮਤਲਬ ਕੀ ਹੁੰਦਾ ਨੇ ਜਿਸ ਤਰ੍ਹਾਂ? ਬੈਰਾਗਣ ਜਿਹੜੀ ਹੈਗੀਆਂ ਇਹ ਮਤਲਬ ਜਿਹੜਾ ਹੈਗਾ ਬਸ 'ਚ ਕਿਵੇਂ ਆਈਆਂ,
ਬਸ 'ਚ ਆਈਆਂ ਬਈ ਇਹ ਜਿਹੜੇ ਆ ਕੰਟਰੋਲ ਜਿਹੜਾ ਇਹਨਾਂ ਨੂੰ ਕੀਤਾ ਆ ਪਰਮਾਤਮਾ ਵੱਲ ਨੂੰ ਜਦ ਮੇਰੀ ਸੁਰਤ ਹੋ ਗਈ ਤੇ ਮੈਨੂੰ ਤਾਂ ਇਹਨਾਂ ਤੋਂ ਵਿਰਾਗ ਪੈਦਾ ਹੋਇਆ ਮੇਰਾ। ਹੂੰ ਨਹੀਂ ਇਹ ਮੇਰੇ ਕੋਲੋਂ ਜਿਹੜੀਆਂ ਮੇਰੇ ਬਸ 'ਚ ਨਹੀਂ ਆਉਂਦੀਆਂ ਸੀਗੀਆਂ। ਮੈਂ ਵਿਰਾਗੀ ਹੋਇਆ, ਮਾਲਕ ਪਰਮਾਤਮਾ ਦਾ ਵਿਰਾਗੀ ਹੋ ਗਿਆ, ਤਾਂ ਇਹ ਮੇਰੇ ਕਾਬੂ ਦੇ ਵਿੱਚ ਆ ਗਈਆਂ ਵਿਰਾਗਣਾ। ਹਾਂਜੀ ਵੀਰ ਜੀ। ਠੀਕ ਹੈ ਜੀ। ਵਿਰਾਗਣਾ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਸੰਸਾਰਿਕ ਸੁੱਖਾਂ ਦਾ ਤਿਆਗ ਕਰ ਦਿੰਦੀਆਂ ਨੇ ਜੀ। ਠੀਕ ਹੈ। ਵੈਸੇ ਤੇ ਵਿਰਾਗਨ ਔਰਤ ਨੂੰ ਕਿਹਾ ਗਿਆ, ਹਾਂ, ਵਿਰਾਗੀ ਬੰਦੇ ਨੂੰ ਕਿਹਾ ਗਿਆ। ਇਹ ਫੀਮੇਲ ਜੈਂਡਰ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ। ਵਿਰਾਗੀ ਦਾ ਮਤਲਬ ਮੇਲ ਜੈਂਡਰ, ਇਨਸਾਨ ਦੇ ਬੰਦੇ ਦੇ ਲਈ। ਹੁਣ ਉਹ ਕਹਿ ਰਹੇ ਨੇ ਕਿ ਇੰਦਰੀਆਂ ਦੀ ਗੱਲ ਕਰਦੇ ਤੇ ਇੰਦਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਫੀਮੇਲ ਜੈਂਡਰ ਚ ਆਉਂਦੀਆਂ। ਹੁਣ ਉਹ ਕਹਿ ਰਹੇ ਨੇ ਕਿ 10 ਵਿਰਾਗਨ। ਹੁਣ ਇਹ ਜਿਹੜੀਆਂ ਇੰਦਰੀਆਂ ਮੇਰੀਆਂ ਨਾ, ਹੁਣ ਕਹਿੰਦੇ ਕਿ ਵਿਰਾਗੀ ਹੋ ਗਈਆਂ ਨੇ। ਮੋਹ ਬਸ ਕੀਨੀ ਪੰਚ ਕਾ ਮਿਟ ਪੰਚੋਂ ਕਾ ਮਿਟ ਨਾਵੋਂ, ਪੰਜਾਂ ਦਾ ਨਾਮ ਮਿਟ ਗਿਆ। ਔਰ ਵਿਰਾਗਣਾ ਕਿਵੇਂ ਹੋ ਗਈਆਂ? ਪਹਿਲਾਂ ਜਿਹੜੀਆਂ ਸੀ ਇਹ ਮੈਨੂੰ ਪੂਰੀ ਦੀ ਪੂਰੀ ਮੈਨੂੰ ਮੇਰੇ ਨਾਲ ਜਿਹੜੀਆਂ ਇਹ ਜੁੜੀਆਂ ਹੋਈਆਂ ਸੀ, ਮੇਰੇ ਉੱਤੇ ਛਾਈਆਂ ਹੋਈਆਂ ਸੀਗੀਆਂ। ਹੁਣ ਕਹਿੰਦੇ ਆ ਮੇਰੇ ਤੋਂ ਵਿਰਾਗਣ ਹੋ ਗਈਆਂ ਇਹ। ਹੁਣ ਇਹ ਮੇਰੇ ਨਾਲ ਜਿਹੜੀਆਂ ਹੈਗੀਆਂ ਇਹਨਾਂ ਦਾ ਜਿਹੜਾ ਸੰਬੰਧ ਘਟ ਗਿਆ ਆ, ਵਿਰਾਗ ਹੋ ਗਿਆ ਇਹਨਾਂ ਨੂੰ ਮੇਰੇ ਨਾਲ। ਹਾਂਜੀ ਵੀਰ ਜੀ। ਠੀਕ ਹੈ ਜੀ, ਠੀਕ ਹੈ ਜੀ। ਹਾਂ, ਬਿਲਕੁਲ ਸਹੀ ਹੈ। ਇਹ ਸਾਧ ਸੰਗਤ ਜੀ, ਇਹ ਚੀਜ਼ ਨੂੰ ਆਪ ਥੋੜਾ ਸਮਝੋ। ਜਿੰਨੀ ਵੀ ਆਪਾਂ ਬੰਦਗੀ ਕਰ ਰਹੇ ਹਾਂ, ਭਗਤੀ ਕਰ ਰਹੇ ਹਾਂ, ਇਹ ਕੇਵਲ ਬ੍ਰਹਮ ਅਗਨ ਨੂੰ ਪ੍ਰਗਟ ਕਰਨ ਵਾਸਤੇ। ਠੀਕ ਹੈ। ਬ੍ਰਹਮ ਅਗਨ ਪ੍ਰਗਟ ਹੋ ਗਈ, ਉਸ ਤੋਂ ਬਾਅਦ ਕੀ ਹੋਏਗਾ? ਜਦ ਦੇਖੋ ਸੰਗਤ ਜਿਹੜੀ ਹੁੰਦੀ ਆ ਉਹ ਵਿਧੀ ਦੱਸਦੀ ਆ ਚਿੱਤ ਨੂੰ ਸ਼ਾਂਤ ਕਰਨ ਦੀ। ਭਾਵੇਂ ਆਪਾਂ ਜੋ ਕੁਝ ਮਰਜ਼ੀ ਕਰਦੇ ਹਾਂ, ਜੇਕਰ ਸਾਡਾ ਚਿੱਤ ਸ਼ਾਂਤ ਨਹੀਂ ਹੈ ਨਾ, ਤੇ ਇਹਦਾ ਮਤਲਬ ਕਿ ਜਿਹੜੀਆਂ ਇੰਦਰੀਆਂ ਨੇ ਇਹ ਵਿਰਾਗਣ ਨਹੀਂ ਹੋਈ। ਸ਼ਾਂਤ ਚਿੱਤ ਦਾ ਮਤਲਬ ਹੈ ਕਿ ਤੁਹਾਡੇ ਔਗਣ ਜਿਹੜੇ ਸ਼ਾਂਤ ਹੋਣ ਲੱਗ ਪਏ ਨੇ। ਹੁਣ ਜਿਹੜੀ ਅੰਦਰ ਚੰਚਲਤਾ ਸੀ ਚਿੱਤ ਦੇ ਵਿੱਚ, ਹੁਣ ਚਿੱਤ ਦਾ ਮਤਲਬ ਜਿਹੜਾ ਸਕਰੀਨ ਆ, ਜਿੱਦਾਂ ਆਪਾਂ ਸਿਨੇਮਾ ਹਾਲ 'ਚ ਜਾ ਕੇ ਸਕਰੀਨ ਨਹੀਂ ਵੇਖਦੇ, ਪੜਦਾ ਹੈ ਤੇ ਕੁਛ ਵੀ ਨਹੀਂ ਆ, ਪਰ ਉੱਥੋਂ ਕੈਮਰਾ ਮਾਰਦਾ ਹੈ, ਚਮਕਾਰਾ ਮਾਰਦਾ ਹੈ, ਲਾਈਟ ਮਾਰਦਾ ਹੈ, ਫਿਰ ਉੱਥੇ ਤਸਵੀਰਾਂ ਬਣਦੀਆਂ ਤੇ ਆਪਣੀ ਸੁਰਤ ਜਿਹੜੀ ਹੈਗੀ ਚੱਲਦੀ ਹੈ ਫਿਰ ਤਸਵੀਰਾਂ ਵੱਲ। ਹਾਂ, ਫਿਰ ਆਪਾਂ ਚੁੱਕੀ ਫਿਰਦੇ। ਜਿੱਦਾਂ ਆਪਾਂ ਸੀਨ ਵੇਖਦੇ ਆ ਨਾ, ਉਸੇ ਤਰ੍ਹਾਂ ਸਾਡੀ ਸੁਰਤ ਜਿਹੜੀ ਆ ਉਹ ਚਿੱਤ ਦੇ ਵਿੱਚ ਸਾਰੀਆਂ ਤਸਵੀਰਾਂ ਨੂੰ ਦੇਖਦੀ ਹੈ। ਹੁਣ ਉਹ ਕਹਿੰਦੇ ਨੇ ਕਿ ਉਹ ਵਿਰਾਗਣ ਹੋ ਗਈਆਂ ਨੇ ਇੰਦਰੀਆਂ, ਉਹ ਤਸਵੀਰਾਂ ਨਹੀਂ ਆਉਂਦੀਆਂ। ਤੇ ਪੰਜ ਜਿਹੜਾ ਹੈਗੇ ਨੇ, ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਜਿਹੜੇ ਨੇ ਮਿਟ ਗਏ। ਇਹਨਾਂ ਦੀਆਂ ਤਾਂ ਤਸਵੀਰਾਂ ਬਣਦੀਆਂ ਸੀ। ਹਾਂ, ਇਹਨਾਂ ਦੀ ਇਹ ਬਿਲਕੁਲ ਸ਼ਾਂਤ ਹੋ ਗਿਆ। ਤੇ ਇਹ ਮਤਲਬ ਕਾਮ ਵਾਸਨਾਵਾਂ ਜਿਹੜੀਆਂ ਹੁੰਦੀਆਂ ਸੀ, ਉਹ ਇੰਦਰੀਆਂ ਦੇ ਰਾਹੀਂ ਉਹਨਾਂ ਦੀਆਂ ਤਰੰਗਾਂ ਪੈਦਾ ਹੁੰਦੀਆਂ। ਚਿੱਤ 'ਚ ਵੇਖੋਗੇ ਨਾ ਤੁਸੀਂ, ਤੁਹਾਡੇ ਚਿੱਤ ਦੇ ਵਿੱਚ ਤਰੰਗਾਂ ਪੈਦਾ ਹੋ ਰਹੀਆਂ ਨੇ। ਜਦੋਂ ਵੀ ਤੁਸੀਂ ਕਿਸੇ ਇੰਦਰੀ ਦੇ ਰਾਹੀਂ ਕਿਸੇ ਚੀਜ਼ ਨੂੰ ਦੇਖਦੇ ਜੋ, ਜਾਂ ਅਨੁਭਵ ਕਰਦੇ ਜੋ, ਜਾਂ ਸਪਰਸ਼ ਕਰਦੇ ਜੋ, ਤੁਸੀਂ ਦੇਖੋਗੇ ਤੁਹਾਡੇ ਚਿੱਤ 'ਚ ਜਿਹੜੀ ਚੀਜ਼ ਨਾ ਪ੍ਰਗਟ ਹੋਵੇਗੀ। ਪਰ ਇੱਕ ਗੱਲ ਯਾਦ ਰੱਖਣਾ, ਚਿੰਪਕ ਕੱਲੀ ਪਈ ਹੈ ਨਾ, ਤੇ ਉਹਨੇ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨਾ। ਪਰ ਜਦੋਂ ਲੋਹਾ ਦੇ ਲਾਗੇ ਆ ਨਾ, ਤੇ ਫਿਰ ਪਤਾ ਲੱਗਣਾ ਕਿ ਇਹਦੇ ਅੰਦਰ ਚਿੰਬਕ ਹੈਗੀ ਹੈ। ਠੀਕ ਨੇ ਜੀ ਸਾਹਿਬ? ਬਿਲਕੁਲ। ਔਗਣ ਜਿਹੜੇ ਹੁੰਦੇ ਨਾ, ਵੈਸੇ ਤੇ ਸਾਰੇ ਸੰਤ ਬਣੇ ਬੈਠੇ ਆ, ਪਰ ਅਸਲ ਦੇ ਵਿੱਚ ਜਦੋਂ ਲੋਹਾ ਸਾਹਮਣੇ ਆਇਆ ਨਾ, ਉਦੋਂ ਪਤਾ ਲੱਗਣਾ ਕਿ ਉਹ ਸੱਚੀ ਸੰਤ ਹੈਗਾ ਕਿ ਐਵੇਂ ਕਿਤੇ ਬਹਿਰੂਪੀਆ ਤੇ ਨਹੀਂ ਹੈ, ਕੱਪੜੇ ਪਾ ਕੇ ਬੈਠਾ ਹੋਇਆ। ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਦੇ ਕੰਟੈਕਟ 'ਚ ਆਉਂਦੇ ਹਾਂ, ਤੇ ਅਸਲ 'ਚ ਅਸੀਂ ਕੀ ਹਾਂ, ਸਾਡਾ ਉਦੋਂ ਪਤਾ ਲੱਗਦਾ। ਕਿਉਂਕਿ ਗੱਲਾਂ ਕਰਨੀਆਂ, ਗੱਲੀ ਅਸੀਂ ਚੰਗੀਆਂ ਮਤਲਬ ਕਿ ਗੱਲਾਂ ਸਾਰੇ ਕਹਿੰਦੇ ਨੇ ਕਿ ਮੈਂ ਬਹੁਤ ਚੰਗਾ ਹੈ, ਪਰ ਜਦੋਂ ਅਚਾਰਾਂ ਦਾ ਟਾਈਮ ਆਉਂਦਾ ਹੈ, ਉਦੋਂ ਪਤਾ ਲੱਗਦਾ ਹੈ ਕਿ ਮੇਰੇ ਅੰਦਰ ਜਿਹੜਾ ਚਿੱਤ ਸ਼ਾਂਤ ਹੈ, ਕਿ ਜੇ ਅਸ਼ਾਂਤ ਹੈ ਜਾਂ ਅਸ਼ਾਂਤ ਹੈ। ਜੇਕਰ ਅਸ਼ਾਂਤ ਹੈ ਤੇ ਫਿਰ ਆਹ ਪੰਜਾਂ ਔਗਣਾਂ ਦੀਆਂ ਲਹਿਰਾਂ ਪੈਦਾ ਹੋਣਗੀਆਂ, ਤੇ ਜੇਕਰ ਸ਼ਾਂਤ ਹੈਗਾ ਹੈ ਤੇ ਫਿਰ ਲਹਿਰਾਂ ਪੈਦਾ ਨਹੀਂ ਹੋਣਗੀਆਂ। ਇਹ ਸੌਖਾ ਜਿਹਾ ਤਰੀਕਾ ਹੈ। ਇਹ ਜਦੋਂ ਵੀ ਤੁਸੀਂ ਬੰਦਗੀ ਕੀਤੀ, ਤੇ ਇਹਦੇ ਨਾਲ ਕੀ ਹੋਣਾ ਹੈ, ਅਵਿਦਿਆ ਨੇ ਵਿਦਿਆ ਵਿੱਚ ਤਬਦੀਲ ਹੋ ਜਾਣਾ ਹੈ। ਚੀਜ਼ ਕੋਈ ਨਸ਼ਟ ਨਹੀਂ ਹੁੰਦੀ, ਉਹਦਾ ਰੂਪ ਬਦਲਦਾ। ਜਿਹੜਾ ਅਗਿਆਨ ਸੀ ਉਹਨੇ ਗਿਆਨ 'ਚ ਬਦਲ ਜਾਣਾ, ਤੁਹਾਨੂੰ ਪਤਾ ਲੱਗੇਗਾ। ਤੇ ਇਹ ਉਦੋਂ ਹੋਣ ਡਿਆ ਪਏਗਾ ਜਦੋਂ ਵੀ ਅਗਨ ਪ੍ਰਗਟ ਹੋ ਕੇ ਥੱਲੋਂ ਉੱਪਰ ਨੂੰ ਜਾਣਾ ਸ਼ੁਰੂ ਕਰ ਦੇਗੀ। ਇਹ ਜ਼ਿਆਦਾ ਲੰਮਾ ਟਾਈਮ ਨਹੀਂ ਲੱਗਦਾ, ਕਾਫੀ ਛੇਤੀ ਕੰਮ ਸ਼ੁਰੂ ਹੋ ਜਾਂਦਾ ਹੈ। ਅਗਲੀ ਤੋਂ ਬੋਲੋ ਨਿਜਰ ਸਾਹਿਬ। ਅਗਲੀ ਤੋਂ ਇਹੀ ਕਹਿ ਰਹੀ ਹੈ ਜੋ ਤੁਸੀਂ ਬੋਲ ਰਹੇ ਹੋ ਗੁਰਕੀ ਸਾਹਿਬ। 70 ਦੋਏ ਭਰੇ ਅੰਮ੍ਰਿਤਸਰ, ਕਹਿੰਦੇ ਹੁਣ 70 ਤੇ 72,000 ਜਿਹੜਾ ਨਾੜੀਆਂ ਵਾਲਾ ਇਹ ਸਰੀਰ ਜਿਹੜਾ ਹੈਗਾ, ਇਹ ਹੁਣ ਅੰਮ੍ਰਿਤ ਦੇ ਨਾਲ ਜਿਹੜਾ ਹੈਗਾ ਭਰ ਗਿਆ ਆ। ਹੁਣ ਜਿਹੜਾ ਹੈਗਾ ਇਹ ਚੁੰਬਕ ਜਿਹੜਾ ਹੈਗਾ ਖਿੱਚਦਾ ਨਹੀਂ ਹੈ ਇਹਨੂੰ ਜਿਹੜਾ ਹੈਗਾ ਲੋਹੇ ਨੂੰ
ਚੁੰਬਕ ਖਿੱਚਦਾ ਨਹੀਂ ਹੈ। ਬਿਖ ਕੋ ਮਾਰ ਕਢਾਵੋਂ, ਬਿਖ ਕਹਿੰਦੇ ਆ ਵਿਸ਼ੇ ਵਿਕਾਰ ਜਿਹੜੇ ਹੈ ਉਹਨਾਂ ਦੇ ਵੱਲ ਇਹਨੂੰ ਖਿੱਚ ਨਹੀਂ ਆਉਂਦੀ ਹੁਣ, ਕਿਉਂਕਿ ਇਹ ਅੰਮ੍ਰਿਤਸਰ ਦੇ ਅੰਮ੍ਰਿਤ ਦੇ ਨਾਲ ਭਰ ਗਿਆ। ਇਹ ਜਿਹੜੇ ਸਾਰੇ ਦੇ ਸਾਰੇ ਗਿਆਨ ਇੰਦਰੇ ਔਰ ਸਰੀਰ ਜਿਹੜਾ ਹੈਗਾ, ਇਹ ਸਰੀਰ ਦੇ ਅੰਦਰ ਜਿਹੜੀ ਹੈਗੀ ਆ ਹੁਣ ਪਦਾਰਥਾਂ ਦੀ ਖਿੱਚ ਨਹੀਂ ਰਹਿ ਗਈ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਗਿਆਨ ਇੰਦਰੇ, ਕਰਮ ਇੰਦਰੇ ਸਾਰੇ ਸ਼ਾਂਤ ਹੋ ਗਏ ਨੇ। ਹਾਂ, ਕਿਉਂਕਿ ਮਨ ਚਿੱਤ 'ਚ ਸ਼ਾਂਤ ਹੋ ਕੇ ਬਹਿ ਗਿਆ ਤੇ ਚਿੱਤ ਆਤਮਾ 'ਚ ਲੀਨ ਹੋ ਗਿਆ। ਇੰਦਰੇ ਜਿਹੜੇ ਹੈਗੇ ਨੇ ਉਹ ਮਨ ਕਰਕੇ ਗਤੀ ਕਰਦੇ ਆ। ਹੁਣ ਮਨ ਨਹੀਂ ਹੈਗਾ ਉੱਥੇ, ਭੋਗੀ ਨਹੀਂ ਹੈਗਾ, ਕਿਉਂਕਿ ਆਤਮਾ 'ਚ ਚਲ ਗਿਆ। ਤੇ ਫਿਰ ਆਤਮਾ ਤੇ ਬ੍ਰਹਮ ਦਾ ਹੀ ਰੂਪ ਹੈ, ਉਹਦੇ ਵਿੱਚ ਤੇ ਕੋਈ ਹਲਚਲ ਪੈਦਾ ਹੁੰਦੀ ਨਹੀਂ ਹੈ। ਉੱਥੇ ਨਾ ਕੋਈ ਧਰਤੀ ਹੈ, ਨਾ ਆਕਾਸ਼ ਹੈ, ਤੇ ਨਾ ਉੱਥੇ ਸੂਰਜ, ਨਾ ਉੱਥੇ ਕੋਈ ਤਾਰਾ ਹੈ। ਸਰਵ ਵਿਆਪਕ ਸ਼ਕਤੀ ਹੈ ਜਿਹਦੇ ਅੰਦਰ ਸਾਰਾ ਕੁਝ ਹੈਗਾ। ਜਦੋਂ ਤੁਸੀਂ ਉੱਥੇ ਚਲ ਗਏ ਤੇ ਇਹ ਜਿਹੜਾ ਜੜ ਹੈਗਾ ਇਹਦਾ ਪ੍ਰਭਾਵ ਤੁਹਾਡੇ ਤੇ ਖਤਮ ਹੋ ਜਾਣਾ। ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਕਬੀਰ ਜੀ ਕਹਿੰਦੇ ਨੇ ਕਿ ਉਹ ਦੀਵਾਰ ਬਹੁਤ ਸੁੰਕਰਾ ਵਾ, ਬੜਾ ਛੋਟਾ ਹੈ, ਤੇ ਜਦੋਂ ਮੈਂ ਉੱਥੇ ਜਾਣਾ ਤੇ ਮਨ ਜਦੋਂ ਹਉਮੈ ਤੇ ਕੱਪੜੇ ਪਾਏ ਹੁੰਦੇ ਆ ਤੇ ਮਨ ਉੱਥੇ ਜਾ ਨਹੀਂ ਸਕਦਾ। ਤੇ ਜਦੋਂ ਮਨ ਆਪਣਾ ਰੂਪ ਤਿਆਗ ਦਿੰਦਾ ਤੇ ਫਿਰ ਸ਼ਾਂਤ ਹੋ ਜਾਂਦਾ, ਚਿੱਤ 'ਚ ਸ਼ਾਂਤ ਹੋ ਜਾਂਦਾ ਤੇ ਸਹਿਜੇ ਆਏ ਜਾਓ। ਫਿਰ ਮੈਂ ਉੱਥੇ ਹੁਣੇ ਸਹਿਜੇ ਜਲ ਜਾਂਦਾ, ਅੱਖਾਂ ਬੰਦ ਕੀਤੀਆਂ ਜਾਂ ਖੁੱਲੀਆਂ ਤੇ ਆਤਮਾ ਦੇ ਤੱਤ 'ਚ ਹੀ ਮੈਂ ਰਹਿਣਾ। ਫਿਰ ਜ਼ਿਆਦਾ ਗੈਪ ਨਹੀਂ ਹੁੰਦਾ, ਕਿਉਂਕਿ ਸਾਡਾ ਜਿਹੜਾ ਨਿੱਜ ਸਰੂਪ ਆ ਉਹ ਆਤਮਾ ਹੀ ਹੈ। ਅਗਿਆਨ ਜਿਹੜਾ ਅਸੀਂ ਖੁਦ ਪੈਦਾ ਕਰ ਲਿਆ ਮੁੜ ਕੇ, ਤੇ ਇਹ ਇਸੇ ਕਰਕੇ ਆਪਾਂ ਦੁਖੀ ਤੇ ਪਰੇਸ਼ਾਨ ਨੇ ਔਰ ਮਰਨ ਜੰਮਣ ਦੇ ਜੀਵਨ 'ਚ ਆਪਾਂ ਭਟਕ ਰਹੇ। ਇਸ ਕਰਕੇ ਜਿਹੜੇ ਕਾਰਨ ਨੇ ਉਹ ਕਾਰਨ ਸਾਨੂੰ ਬੰਦ ਕਰਨੇ ਪੈਣਗੇ। ਇਹ ਬਿਲਕੁਲ ਕਲੀਅਰ ਹੈ। ਤੁਹਾਡੇ ਕਾਰਨਾਂ ਨੂੰ ਕੋਈ ਨਹੀਂ ਖਤਮ ਕਰ ਸਕਦਾ। ਮੇਰੇ ਕਾਰਨ ਮੈਨੂੰ ਖੁਦ ਖਤਮ ਕਰਨੇ ਪੈਣੇ ਆ। ਨਿੱਜਰ ਸਾਹਿਬ ਦੇ ਨਿੱਜਰ ਸਾਹਿਬ ਕਰਨਗੇ, ਔਰ ਤੁਹਾਡੇ ਕੰਮ ਜਿਹੜੇ ਤੁਸੀਂ ਗਲਤ ਕਰ ਰਹੇ ਜੋ ਉਹਨਾਂ ਨੂੰ ਤੁਹਾਨੂੰ ਹੀ ਸਹੀ ਕਰਨਾ ਪਊਗਾ। ਔਰ ਜੇਕਰ ਨਹੀਂ ਕਰ ਪਾ ਰਹੇ ਤੇ ਅਰਦਾਸ ਕਰੋ ਪ੍ਰਮਾਤਮਾ ਦੇ ਗਾੜੀ ਤੇ ਬੰਦਗੀ ਕਰਦੇ ਜਾਓ। ਆਟੋਮੈਟਿਕਲੀ ਤੁਹਾਡੇ ਅੰਦਰ ਸ਼ਕਤੀ ਆਵੇਗੀ, ਉਹਨਾਂ ਨੂੰ ਤੁਸੀਂ ਹਰਾ ਦੋਗੇ। ਅਗਲੀ ਤੋਂ ਬੋਲੋ ਨਿੱਜਰ ਸਾਹਿਬ। ਪਾਛੇ ਬਹੁਰ ਨਾ ਆਵਨ ਪਾਵੋਂ, ਕਹਿੰਦੇ ਮੈਂ ਹੁਣ ਜਿਹੜਾ ਹੈਗਾ ਦੁਬਾਰਾ ਨਹੀਂ ਆਊਂਗਾ ਦੁਨੀਆ ਦੇ ਵਿੱਚ। ਬਾਰ-ਬਾਰ ਜਿਹੜਾ ਹੈਗਾ ਇਹ ਸਰੀਰ ਦੀ ਕੈਦ ਦੇ ਵਿੱਚ ਬਾਰ-ਬਾਰ ਸਰੀਰ ਲੈ ਕੇ ਸਰੀਰ ਦੇ ਵਾਸਤੇ ਜੂਨਾਂ ਦੇ ਵਿੱਚ ਨਹੀਂ ਭਟਕੂੰਗਾ। ਹੁਣ ਅੰਮ੍ਰਿਤ ਕੀ ਕਰਦਾ ਹੈ ਮੈਂ ਉਹਦੇ ਵਾਸਤੇ? ਅੰਮ੍ਰਿਤ ਬਾਣੀ ਘਟਤੇ ਉਚਰੋਂ, ਆਤਮ ਕੋ ਸਮਝਾਵੋਂ ਰਹਾਓ। ਮੈਂ ਤਾਂ ਜਿਹੜਾ ਹੈਗਾ ਅੰਮ੍ਰਿਤ ਬਾਣੀ ਜਿਹੜੀ ਹੈਗੀ, ਧਿਆਨ ਸਿਮਰਨ ਜਿਹੜਾ ਹੈਗਾ, ਇਹ ਆਪਣੇ ਅੰਦਰੋਂ ਘਟ ਤੋਂ ਜਿਹੜਾ ਹਿਰਦੇ ਤੋਂ ਜਿਹੜਾ ਹੈਗਾ ਇਹ ਬੰਦਗੀ ਕਰਦਾ ਹੈ। ਆਪਣੀ ਆਤਮਾ ਨੂੰ ਜਿਹੜਾ ਹੈਗਾ ਆਤਮ ਕੋ ਸਮਝਾਉਂ, ਮਤਲਬ ਮਨ ਨੂੰ ਜਿਹੜਾ ਹੈਗਾ ਆਤਮਾ ਦਾ ਗਿਆਨ ਦੇਣਾ ਹੈ। ਮਨ ਨੂੰ ਮੈਂ ਆਤਮ ਕੋ ਸਮਝਾਵਾਂ, ਮਤਲਬ ਮਨ ਨੂੰ ਆਤਮਾ ਦਾ ਗਿਆਨ ਦੇਣਾ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਉਹ ਅੰਦਰੋਂ ਪ੍ਰਗਟ ਹੋ ਗਿਆ ਅੰਮ੍ਰਿਤ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਜਿਹੜਾ ਵਾ ਮੇਰੇ ਆਪਣੇ ਜਿਹੜੇ ਅਗਿਆਨ ਆ, ਭਰਮ ਆ, ਅਵਿਦਿਆ, ਤੇ ਉਹਨੂੰ ਸਮਝਾਉਣ ਦਾ ਜਿਹੜਾ ਸਹੀ ਤਰੀਕਾ ਹੈ ਉਹ ਹੈ ਤੁਹਾਡਾ ਨਾਮ। ਤੁਹਾਡੇ ਅੰਦਰ ਜਦੋਂ ਨਾਮ ਪ੍ਰਗਟ ਹੋ ਗਿਆ ਤੇ ਇਹਨਾਂ ਨੇ ਆਪਣੇ ਆਪ ਹੀ ਸਮਝ ਜਾਣਾ, ਕਿਉਂਕਿ ਸਾਰੇ ਇਹ ਸੂਖਮ ਅਵਗੁਣ ਨੇ, ਦਿਖਾਈ ਨਹੀਂ ਦਿੰਦੇ ਸਾਨੂੰ, ਤੇ ਕੇਵਲ ਵਿਚਾਰ ਹੀ ਦਿਖਾਈ ਦਿੰਦੇ ਆ। ਉਹ ਵੀ ਸਾਨੂੰ ਉਦੋਂ ਪਤਾ ਲੱਗਦਾ ਜਦੋਂ 20-25 ਮਿੰਟ ਲੰਘ ਜਾਂਦੇ ਆ, ਸਾਨੂੰ ਪਤਾ ਲੱਗਾ ਕਿ ਅਸੀਂ ਵਿਚਾਰਾਂ 'ਚ ਗਵਾਚ ਗਏ ਆ। ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਮੇਰੇ ਅੰਦਰ ਇੱਕ ਵਿਚਾਰ ਕਰਨ ਦਾ ਮੰਡਲ ਹੈ ਜਿੱਥੇ ਚਿੰਤਨ ਚੱਲ ਰਿਹਾ, ਔਰ ਉਹ ਜਿਹੜਾ ਚਿੰਤਨ ਆ ਉਹਦੇ ਤੇ ਮੇਰਾ ਕੰਟਰੋਲ ਨਹੀਂ ਹੈ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ ਇਹ ਚੀਜ਼ ਦਾ। ਬਿਲਕੁਲ ਬਿਲਕੁਲ, ਇਹ ਤਾਂ ਇਹੀ ਕੀਮਤੀ ਚੀਜ਼ ਹੈ। ਲੋਕ ਤੇ ਸੋਚਦੇ ਆ ਕਿ ਅਸੀਂ ਖੁਦ ਵਿਚਾਰ ਕਰ ਰਹੇ ਹਾਂ। ਹਾਂ, ਬਹੁਤ ਵਧੀਆ ਗੋਰਖ ਸਾਹਿਬ। ਇਹੀ ਹੈ ਕਿ ਫੀਲਡ ਜਿੱਥੇ ਕੰਮ ਕਰਨਾ ਹੈ ਆਪਾਂ ਨੇ ਭਾਈ, ਆਹੀ ਚੀਜ਼ ਆ ਨੁਕਤਾ ਫੜੀਏ ਆਪਾਂ, ਬਹੁਤ ਕੀਮਤੀ ਨੁਕਤਾ ਹੈ। ਹਾਂਜੀ ਵੀਰ ਜੀ। ਆਹੋ, ਤੇ ਪਬਲਿਕ ਤੇ ਸੋਚਦੀ ਮੈਂ ਖੁਦ ਵਿਚਾਰ ਕਰਦਾ, ਉਹਨੂੰ ਪਤਾ ਹੀ ਨਹੀਂ ਤੂੰ ਭੂਲਿਆ ਕਿੱਥੇ ਵਿਚਾਰ ਕਰਨੇ ਆ, ਜੇ ਤੂੰ ਕਰਦਾ ਤੇ ਇਹਨੂੰ ਰੋਕ ਕਿਉਂ ਨਹੀਂ ਲੈਂਦਾ। ਹਾਂ, ਇਹ ਤੇ ਆਪੇ ਜਾਪ ਚੱਲ ਰਿਹਾ, ਕਿਉਂਕਿ ਤੇਰੀ ਚਿੱਤ ਦੇ ਅੰਦਰ ਸੰਸਕਾਰ ਹੈ। ਹੁਣ ਜਿੱਦਾਂ ਪਾਣੀ ਗਰਮ ਕਰੇਗਾ ਨਾ, ਉੱਥੋਂ ਭਾਪ ਬਣਦੀ ਹੈ। ਹੁਣ ਭਾਪ ਨੂੰ ਤੂੰ ਕਿੱਥੇ ਰੋਕ ਲੇਗਾ? ਉਹ ਚਿੱਤ 'ਚ ਜਿੱਦਾਂ ਦੀਆਂ ਤੇਰੇ ਸੰਸਕਾਰ ਨੇ, ਉਸੇ ਹੀ ਕਿਸਮ ਦੇ ਵਿਚਾਰ ਤੇਰੇ ਚਿੱਤ 'ਚ ਪ੍ਰਗਟ ਹੋ ਰਹੇ ਨੇ, ਤੇ ਤੂੰ ਉਹ ਪਰਛਾਵੀਆਂ ਦੇ ਪਿੱਛੇ ਭੱਜ ਰਿਹਾ। ਹਾਂ, ਇਹ ਹੈ ਕਿ ਤੈਨੂੰ ਮੁਕਤੀ ਮਿਲ ਸਕਦੀ ਹੈ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਅੰਮ੍ਰਿਤ ਬਾਣੀ ਘਟ ਤੇ ਉਚਰੋਂ, ਆਤਮ ਕੋ ਸਮਝਾਵੋ ਰੇ। ਆਤਮ ਕੋ ਸਮਝਾਵੋ, ਕਹਿੰਦੇ ਮੈਂ ਇਹਦੇ ਵਾਸਤੇ ਧਿਆਨ ਸਿਮਰਨ ਕਰਦਾ, ਘਟ ਤੋਂ ਮਨ ਲਗਾ ਕੇ ਅੰਦਰੋਂ, ਤੇ ਆਪਣੀ ਆਤਮ ਗਿਆਨ ਲੈਣਾ ਹੈ। ਆਤਮਾ ਦਾ ਜਿਹੜਾ ਮਨ ਦਾ ਗਿਆਨ ਜਿਹੜਾ ਹੈਗਾ, ਮਨ ਨੂੰ ਦੱਸਦਾ ਹੈ ਭਾਈ ਤੂੰ ਜਿਹੜਾ ਹੈਗਾ ਸਰੀਰ ਨਹੀਂ ਹੈਗਾ, ਤੂੰ ਜਿਹੜਾ ਹੈਗਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
ਤੂੰ ਜਿਹੜਾ ਹੈਗਾ ਮੂਲ ਪਛਾਣ ਆਪਣਾ, ਇਹ ਕਾਰਨ ਸੀ ਜਿਹੜਾ ਉੱਪਰ ਤੇਰੇ ਜਿਹੜੇ ਕਾਲਕ ਹੈਗੀ ਇਹਨੂੰ ਦੂਰ ਕਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਮੈਂ ਆਪਣੇ ਮਨ ਨੂੰ ਸਮਝਾਉਂਦਾ ਹੈ। ਕਿਉਂ ਸਮਝਾਉਂਦਾ ਹੈ, ਕਿਉਂ ਨਹੀਂ ਸਮਝਾਉਂਦਾ ਹੈ ਕਿ ਦੇਖ ਇਹ ਗ੍ਰੰਥਾਂ ਦੇ ਵਿੱਚ ਕੀ ਲਿਖਿਆ, ਉਹ ਸਾਨੂੰ ਕੀ ਕਹਿ ਕੇ ਗਏ ਨੇ, ਕੀ ਸਮਝਾ ਕੇ ਗਏ ਨੇ, ਤੇ ਇਹ ਕਿਹਦੇ ਵਾਸਤੇ ਹੈ? ਸਾਡੇ ਵਾਸਤੇ ਤੇ ਹੈਗਾ, ਹੋਰ ਤੇ ਕੋਈ ਹੈਗਾ ਨਹੀਂ ਹੈ। ਤੇ ਜੇ ਮੈਂ ਸੋਚਦਾ ਕਿ ਲੋਕੀ ਫੋਲੋ ਕਰਨਾ ਉਹ ਇੰਪੋਰਟੈਂਟ ਨਹੀਂ ਆ, ਇੰਪੋਰਟੈਂਟ ਤੇ ਇਹ ਗੱਲ ਹੈ, ਮਹੱਤਵਪੂਰਨ ਇਹ ਗੱਲ ਹੈ ਕਿ ਮੈਂ ਫੋਲੋ ਕਰ ਰਿਹਾ। ਪਰ ਆਪਾਂ ਪਤਾ ਕਿੰਨੇ ਆਪਾਂ ਕਹਿੰਦੇ ਦੁਨੀਆ ਚੰਗੀ ਹੋ ਜਾਏ, ਆਪਾਂ ਦੂਸਰੇ ਨੂੰ ਆਪਾਂ ਚੰਗੇ ਹੋ ਗਏ ਹਾਂ, ਦੂਸਰੇ ਨੂੰ ਗਿਆਨ ਦੇਣਾ ਚਾਹੁੰਦੇ ਹਾਂ, ਦੂਸਰੇ ਨੂੰ ਸੁਧਾਈ ਕਰਨਾ ਚਾਹੁੰਦੇ, ਜਦ ਕਿ ਜਿਹੜਾ ਹੈਗਾ ਆਪਣੇ ਆਪ ਨੂੰ ਸੁਧਾਈ ਕਰ ਲਈਏ। ਇਸ ਤੋਂ ਵੱਡੀ ਯਾਤਰਾ ਕੋਈ ਨਹੀਂ ਹੈਗੀ, ਇਸ ਤੋਂ ਵੱਡਾ ਜਿਹੜਾ ਹੈਗਾ ਅਚੀਵਮੈਂਟ ਕੋਈ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਆਪਣੇ ਆਪ ਤੇ ਬਹੁਤ ਕੰਮ ਕਰਨਾ ਪਊਗਾ ਸਾਨੂੰ, ਤੇ ਇਹੋ ਗੱਲ ਹੈ ਉਹ ਕਹਿ ਸਾਨੂੰ ਸਮਝਾ ਰਹੇ ਨੇ। ਹਾਂਜੀ ਨਿੱਜਾ ਸਾਹਿਬ। ਰਹਾਓ ਬਜਰ ਕੁਠਾਰ ਮੋਏ ਹੈ ਛੀਨਾ, ਕਰ ਮਿੰਨਤ ਲਗ ਪਾਵੋਂ। ਕਹਿੰਦੇ ਮੈਂ ਤਾਂ ਜਿਹੜਾ ਹੈਗਾ ਨਾ, ਜਿਹੜਾ ਕਾਲ ਹੈਗਾ ਨਾ, ਜਿਹੜੀ ਮਾਇਆ ਹੈਗੀ ਨਾ, ਮਾਇਆ ਦਾ ਕੁਹਾੜਾ ਹੀ ਜਿਹੜਾ ਖੋਹ ਲਿਆ ਉਹਦੇ ਕੋਲੋਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ ਦਾ ਕੁਹਾੜਾ ਹੈਗਾ। ਜਿੰਨੇ ਸਵਾਦ ਆ ਰਸਕਸ ਹੈਗੇ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਮਾਇਆ ਦਾ ਕੁਹਾੜਾ ਹੈਗਾ। ਇਹਦੇ ਨਾਲ ਜਿਹੜੀ ਹੈਗੀ ਉਹ ਸਾਰਿਆਂ ਨੂੰ ਕਾਲ ਜਿਹੜਾ ਹੈਗਾ ਖਾ ਜਾਂਦੀ ਹੈ ਮਾਇਆ। ਸਾਰਿਆਂ ਨੂੰ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ ਇੱਥੇ ਜਿਹੜਾ ਹੈਗਾ ਸਰੀਰ ਦੇ ਵਿੱਚ ਹੀ ਜਿਹੜੀ ਹੈਗੀ ਜੋੜੀ ਰੱਖਦੀ ਹੈ, ਸਰੀਰ ਦੇ ਵਿੱਚ ਹੀ ਜਿਹੜੀ ਹੈਗੀ ਪ੍ਰਕਿਰਤੀ ਦੇ ਨਾਲ ਹੀ ਜਿਹੜਾ ਇਹ ਕੈਦ ਕਰਕੇ ਰੱਖਦੀ ਆ। ਕਹਿੰਦੇ ਮੈਂ ਤਾਂ ਉਹ ਜੂਨਾਂ 'ਚ ਪਾਉਣ ਵਾਲਾ ਜਿਹੜਾ ਉਹਦਾ ਕੁਹਾੜਾ ਸੀਗਾ ਨਾ, ਉਹ ਹੀ ਖੋਹ ਲਿਆ ਉਹਦੇ ਕੋਲੋਂ ਭਾਈ। ਵਜਰ ਕੁਠਾਰ ਕਹਿੰਦੇ ਕੁਹਾੜਾ, ਇੰਨਾ ਤਾਕਤਵਰ ਕੁਹਾੜਾ ਸੀਗਾ। ਸਾਰੀ ਦੁਨੀਆ ਦੇਖ ਲਓ, ਸਾਰੇ ਜੀਵ ਜਿਹੜੇ ਹੈਗੇ ਕਿਸ ਤਰੀਕੇ ਨਾਲ, ਇਨਸਾਨ ਦੀ ਆਪਾਂ ਗੱਲ ਕਰੀਏ ਤੇ ਕਿਹੜੇ ਆ ਭਗਤੀ ਕਰਨ ਵਾਲੇ ਪਾਏ, ਉਹ ਤਾਂ ਉਂਗਲੀਆਂ ਤੇ ਗਿਣੇ ਜਾ ਸਕਦੇ ਆ। ਵਜਰ ਕੁਠਾਰ ਮੋਹ ਹੈ ਛੀਨਾ, ਕਰ ਮਿੰਨਤ ਲਗ ਪਾਵੋਂ। ਕਹਿੰਦੇ ਮਿੰਨਤ ਕਰਕੇ ਤੇ ਪੈਰੀ ਪੈ ਕੇ, ਇਹਦੇ ਮਾਇਆ ਦੇ ਪੈਰੀ ਪੈ ਕੇ, ਮਾਇਆ ਦੀ ਮਿੰਨਤ ਕਰਕੇ ਨਹੀਂ, ਪਰਮਾਤਮਾ ਦੀ ਭਗਤੀ ਕਰਕੇ। ਜਿਹੜੇ ਬ੍ਰਹਮ ਗਿਆਨੀ ਹੈਗੇ, ਸੰਤ ਹੈਗੇ, ਜਿਹੜੇ ਹੈਗੇ ਗੁਰੂ ਹੈਗੇ, ਕਹਿੰਦੇ ਉਹਨਾਂ ਦੇ ਪੈਰੀ ਪੈ ਕੇ, ਉਹਨਾਂ ਦੀ ਮਿੰਨਤ ਕਰਕੇ, ਉਹਨਾਂ ਦੀ ਸ਼ਰਨ ਦੇ ਵਿੱਚ ਜਿਹੜਾ ਹੈਗਾ, ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਸਤਿਕਾਰ ਦੇ ਨਾਲ ਮੰਨ ਕੇ, ਤੇ ਮੈਨੂੰ ਇੰਨੀ ਪਾਵਰ ਆ ਗਈ ਕਿ ਮੈਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੂੰ ਵਸ ਦੇ ਵਿੱਚ ਕਰ ਲਿਆ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋਂ। ਕਹਿੰਦੇ ਮੈਂ ਤਾਂ ਭਾਈ ਹੁਣ ਮਾਇਆ ਦਾ ਸੇਵਕ ਨਹੀਂ ਰਹਿ ਗਿਆ, ਮੈਂ ਤਾਂ ਹੁਣ ਸੰਤਾਂ ਦਾ ਜਿਹੜਾ, ਭਗਤਾਂ ਦਾ ਜਿਹੜਾ ਹੈ, ਬ੍ਰਹਮ ਗਿਆਨੀਆਂ ਦਾ ਸੇਵਕ ਹੋ ਗਿਆ ਹੈ ਉਲਟ ਕੇ ਮਾਇਆ ਵੱਲੋਂ। ਔਰ ਭਗਤਾਂ ਤੋਂ ਮੈਂ ਡਰਦਾ ਹਾਂ ਭਾਈ, ਭਗਤਨ ਕੇ ਡਰ ਪਾਵੋਂ। ਮੈਂ ਤਾਂ ਭਗਤਾਂ ਦੇ ਪੈਰੀ ਪਿਆਰੇ ਨਾ, ਉਹਨਾਂ ਦੀ ਆਪਣੀ ਮੱਤ ਛੱਡ ਦਿੱਤੀ ਹੈ। ਮੈਂ ਭਗਤਾਂ ਦੀ ਜਿਹੜੀ ਹੈਗੀ, ਉਹਨਾਂ ਦੀ ਮੱਤ ਜਿਹੜੀ ਹੈਗੀ ਬਿਲਕੁਲ ਅਦਬ ਸਤਿਕਾਰ ਦੇ ਨਾਲ ਉਹਨਾਂ ਤੋਂ ਗਿਆਨ ਲੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਮਾਇਆ ਦਾ ਜਿਹੜਾ ਘੋੜਾ ਸੀ, ਜਿਹੜਾ ਭਰਮ ਸੀ, ਅਗਿਆਨ ਸੀ, ਅਵਿਦਿਆ ਸੀ, ਤੇ ਉਹ ਕਹਿੰਦੇ ਆ ਕਿ ਮੈਂ ਮਤਲਬ ਉਹਨਾਂ ਤੋਂ ਖੋਹ ਲਿਆ। ਹੁਣ ਮੈਂ ਮਤਲਬ ਉਹ ਕੰਮ ਨਹੀਂ ਮੈਂ ਕਰਦਾ ਕਿ ਜੋ ਮੈਨੂੰ ਪ੍ਰਕਿਰਤੀ ਦੇ ਵਿੱਚ ਬੰਧਨ ਬੰਨਣਾ ਚਾਹੁੰਦੀ ਸੀ। ਹੁਣ ਮੈਨੂੰ ਪਤਾ ਮੈਂ ਕੀ ਕਰ ਰਿਹਾ। ਨਿੱਜਾ ਸਾਹਿਬ ਬਿਲਕੁਲ ਸਹੀ ਹੈ ਜੀ। ਪਹਿਲਾਂ ਤੇ ਆਪਾਂ ਕੁਛ ਵੀ ਕੰਮ ਕਰੀ ਜਾਂਦੇ ਆ ਨਾ, ਆਪਾਂ ਥੋੜੀ ਸੋਚਦੇ ਆ, ਆਪਾਂ ਕਿੱਥੇ ਵਿਵੇਕ ਤੋਂ ਕੰਮ ਲੈਂਦੇ ਆ। ਆਪਾਂ ਕਹਿੰਦੇ ਕਰੀ ਜਾਓ। ਕੌਣ ਵੇਂਦਾ ਪਿਆ? ਕੌਣ ਵੇਂਦਾ ਪਿਆ? ਇੱਥੇ ਕੋਈ ਨਹੀਂ ਵੇਂਦਾ ਪਿਆ। ਕਰੀ ਜਾਓ ਕੰਮ, ਚੁੱਕ ਕੇ ਜੋ ਮਿਲਦਾ ਸਮਾਨ ਘਰੇ ਲੈ ਆਓ। ਹੁਣ ਕਹਿੰਦੇ ਮੈਂ ਏਦਾਂ ਦਾ ਕੰਮ ਹੀ ਨਹੀਂ ਕਰਦਾ, ਮੈਨੂੰ ਪਤਾ ਨਹੀਂ ਚੁੱਕਦਾ ਹੁਣ, ਕਿਉਂਕਿ ਮੇਰੇ ਅੰਦਰ ਗਿਆਨ ਵੱਧ ਗਿਆ। ਹੁਣ ਜਦੋਂ ਗਿਆਨ ਦਾ ਪ੍ਰਕਾਸ਼ ਸਾਡੇ ਅੰਦਰ ਵੱਧਦਾ ਹੈ ਤੇ ਕੀ ਹੁੰਦਾ, ਅਗਿਆਨ ਦੂਰ ਹੁੰਦਾ। ਹੁਣ ਇਹ ਹਨੇਰਾ ਤੇ ਚਾਨਣ ਦੋਵੇਂ ਇਕੱਠੇ ਤੇ ਨਹੀਂ ਨਾ ਰਹਿ ਸਕਦੇ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹੁਣ ਉਹ ਕਹਿੰਦੇ ਜਦੋਂ ਦਾ ਪ੍ਰਕਾਸ਼ ਹੋ ਗਿਆ ਜੀਵਨ ਦੇ ਵਿੱਚ, ਮੈਨੂੰ ਪਤਾ ਲੱਗ ਗਿਆ ਕਰਨਾ ਕੀ ਹੈ, ਨਹੀਂ ਕਰਨਾ ਕੀ ਨਹੀਂ ਕਰਨਾ, ਉਹ ਵੀ ਮੈਨੂੰ ਪਤਾ ਲੱਗ ਗਿਆ। ਇਸ ਕਰਕੇ ਤੇ ਕਹਿੰਦੇ ਕਿ ਮੈਂ ਮੁਕਤ ਹੈਗਾ, ਮੈਂ ਦੁਬਾਰਾ ਨਹੀਂ ਆਉਣਾ, ਔਰ ਮੈਨੂੰ ਪਤਾ ਲੱਗ ਗਿਆ ਮੈਂ ਕੀ ਕਰਨਾ ਜਾਂ ਨਹੀਂ ਕਰਨਾ। ਤਾਂ ਇਹ ਸਾਨੂੰ ਵੀ ਸਮਝਣ ਦੀ ਲੋੜ ਆ। ਅਸੀਂ ਵੀ ਜੀਵਨ 'ਚ ਕੀ ਕਰਨਾ ਜਾਂ ਕੀ ਨਹੀਂ ਕਰਨਾ, ਉਹਦਾ ਫੈਸਲਾ ਅਸੀਂ ਖੁਦ ਲੈਣਾ, ਨਾ ਕਿ ਦੂਸਰਿਆਂ ਨੇ। ਹੁਣ ਉਹ ਦੂਜੀ ਤਰਫੋਂ ਕਹਿ ਰਹੇ ਨੇ ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋਂ। ਕਹਿੰਦੇ ਮੈਂ ਤਾਂ ਸੰਤਾਂ ਦਾ ਸੇਵਕ ਹੋ ਗਿਆ ਉਲਟ ਕੇ, ਮਾਇਆ ਦੀ ਸੇਵਾ ਕਰਨੋਂ ਹਟ ਗਿਆ ਹੈ ਤੇ ਭਗਤਾਂ ਤੋਂ ਡਰ ਕੇ ਰਹਿਣਾ ਹੈ, ਸੰਤਾਂ ਤੋਂ ਡਰ ਕੇ ਰਹਿਣਾ ਹੈ ਮੈਂ, ਕਿਉਂਕਿ ਉਹਨਾਂ ਤੋਂ ਹੀ ਜਿਹੜਾ ਹੈਗਾ ਮੈਨੂੰ ਨੁਕਤਾ ਮਿਲਿਆ ਹੈ, ਔਰ ਉਹਨਾਂ ਦੀ ਸੰਗਤ ਦੇ ਨਾਲ ਹੀ ਮੈਨੂੰ ਜਿਹੜਾ ਹੈਗਾ ਇਹ ਮੇਰੇ ਜਿਹੜੇ ਹੈਗੇ ਇਹ ਧਿਆਨ ਸਿਮਰਨ ਜਾਂ ਪ੍ਰੇਮ, ਇਹ ਭਗਤੀ ਇਹ ਹੋ ਸਕਦੀ ਹੈ।
ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਜਿੱਥੋਂ ਮੈਨੂੰ ਸੰਗਤ ਗਿਆਨ ਮਿਲਿਆ ਉੱਥੇ ਮੈਂ ਫਿਰ ਕੀ ਕਰਦਾ ਕਿ ਮੈਂ ਉੱਥੇ ਮੈਂ ਮਤਲਬ ਅਦਬ ਦੇ ਸੰਯਮ ਨਾਲ, ਚ ਰਹਿਣਾ, ਅਦਬ ਦੇ ਨਾਲ ਅਦਬ ਕਰਦਾ, ਹਾਂ, ਅਦਬ ਦੇ ਨਾਲ ਉਹਨਾਂ ਨੂੰ ਮੈਂ ਸਨਮਾਨ ਦਿੰਦਾ। ਇਹ ਨਹੀਂ ਕਿ ਜਿੱਥੋਂ ਕਈ ਵਾਰੀ ਲੋਕੀ ਨਹੀਂ ਹੁੰਦੇ ਤੇ ਉਹ ਕਹਿੰਦੇ ਨੇ ਕਿ ਉਹ ਯਾਰ ਉਹ ਸਾਡੇ ਉਸਤਾਦ ਨੂੰ ਨਾ ਮੈਂ ਨਾ ਪਹਿਲਾਂ ਨਿੱਜਰ ਸਾਹਿਬ ਬੰਬੇ ਗਿਆ, ਉਹ ਬੰਦੇ ਨੇ ਕੰਮ ਸਿਖਾਇਆ ਵੈਲਡਿੰਗ ਦਾ, ਤੇ ਲੋਕੀ ਉਹ ਮੁੰਡੇ ਸਿੱਖ ਕੇ ਕੰਮ ਕਹਿੰਦੇ ਸਾਡੇ ਉਸਤਾਦ ਨੂੰ ਤੇ ਹੋਲਡਰ ਫੜਨਾ ਵੀ ਨਹੀਂ ਆਉਂਦਾ। ਵੈਲਡਿੰਗ ਵਾਲਾ ਹੋਲਡਰ ਕਿੱਦਾਂ ਫੜਨਾ ਉਹ ਵੀ ਨਹੀਂ ਆਉਂਦਾ, ਕੰਮ ਉਹਨੇ ਸਿਖਾਇਆ। ਪਰ ਉਹ ਕਹਿੰਦੇ ਮੈਂ ਏਦਾਂ ਨਹੀਂ ਕਹਿ ਰਿਹਾ, ਮੈਂ ਤੇ ਕਹਿੰਦਾ ਕਿ ਮੈਂ ਉਹਨਾਂ ਦਾ ਬਹੁਤ ਮਾਣ ਕਰਦਾ, ਇੱਜ਼ਤ ਕਰਦਾ ਜਿਨ੍ਹਾਂ ਨੇ ਮੈਨੂੰ ਭੇਤ ਦੱਸਿਆ। ਠੀਕ ਹੈ ਨਿੱਜਰ ਸਾਹਿਬ। ਹੁਣ ਆਖਰੀ ਦੇ ਵਿੱਚ ਤੀਸਰੇ ਬੰਦ ਦੇ ਵਿੱਚ ਵੀ ਦੱਸ ਰਹੇ ਭਾਈ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ। ਕਹਿੰਦੇ ਸੰਸਾਰ ਤੋਂ ਛੁੱਟਣਾ ਦਾ ਨਿਸ਼ਾਨੀ ਕੀ ਹੈਗੀ? ਜੇ ਮਾਇਆ ਜੋ ਸਵਾਦ ਪਏ ਆ, ਜੋ ਚੋਗਾ ਪਿਆ ਆ, ਜੋ ਪਦਾਰਥ ਪਏ ਆ, ਜੋ ਭੋਗ ਵਿਲਾਸ ਪਿਆ ਹੋਇਆ, ਜੇ ਉਹਨਾਂ ਦੇ ਨਾਲ ਨਹੀਂ ਲਿਪਟੂੰਗਾ ਤੇ ਤਾਂ ਮੈਂ ਛੁੱਟ ਸਕਦਾ ਹਾਂ। ਜੇ ਉਹਨਾਂ ਦੇ ਨਾਲ ਮੈਂ ਜ਼ਹਿਰ ਵੀ ਖਾਈ ਜਾਊਂਗਾ ਤੇ ਇੱਧਰ ਕਹੂੰਗਾ ਮੈਂ ਭਗਤੀ ਵੀ ਕਰ ਲੂੰਗਾ, ਤੇ ਭਾਈ ਇਹ ਗੱਲ ਨਹੀਂ ਹੋ ਸਕਦੀ। ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ। ਮਾਇਆ ਨਾਮ ਗਰਭ ਜੋਨ ਕਾ ਤੇਹ ਤਜ ਦਰਸ਼ਨ ਪਾਵੋ। ਕਹਿੰਦੇ ਮਾਇਆ ਨਾਮ ਹੀ ਗਰਭ ਜੂਨਾ ਦਾ ਨਾਮ ਆ ਮਾਇਆ ਭਾਈ। ਜੇ ਤੂੰ ਮਾਇਆ ਦੇ ਨਾਲ ਹੈਗਾ, ਪਦਾਰਥਾਂ ਦੇ ਨਾਲ, ਸਵਾਦ ਦੇ ਨਾਲ, ਚੋਗੇ ਦੇ ਨਾਲ ਹੈਗਾ ਤੇ ਪਿਆਰਿਆ ਫਿਰ ਗਰਭ ਜੂਨਾ ਦੇ ਵਿੱਚ ਹੈਗਾ, ਤੂੰ ਨਹੀਂ ਨਿਕਲ ਸਕਦਾ। ਤੇਹ ਤਜ ਦਰਸ਼ਨ ਪਾਵੋ, ਉਹਨੂੰ ਛੱਡ ਕੇ ਹੀ ਦਰਸ਼ਨ ਪ੍ਰਾਪਤ ਹੋ ਸਕਦੇ ਆ ਮਾਲਕ ਪਰਮਾਤਮਾ ਦੇ। ਦੋ ਚੀਜ਼ਾਂ ਹੈਗੀਆਂ, ਇੱਕ ਮਾਇਆ ਹੈਗੀ, ਇੱਕ ਜਿਹੜਾ ਹੈਗਾ ਪਰਮਾਤਮਾ ਹੈਗਾ। ਇੱਕ ਅੰਮ੍ਰਿਤ ਹੈਗਾ, ਇੱਕ ਜਿਹੜਾ ਹੈਗਾ ਵਿਸ਼ੇ ਜ਼ਹਿਰ ਹੈਗੀ। ਜਿੱਧਰ ਨੂੰ ਆਪਣਾ ਜੀ ਕਰਦਾ ਆ, ਜਿਹੜੇ ਪਾਸੇ ਆਪਾਂ ਜਿਹੜੇ ਹੈਗੇ ਮਨ ਆਪਣਾ ਚੱਲਦਾ ਜਾ ਰਿਹਾ ਆ, ਉਸੇ ਵੱਲ ਪ੍ਰੋਗਰੈਸ ਆਉਣੀ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜਿੱਦਾਂ ਭੋਗਾਂ ਦੇ ਵਿੱਚ ਕੋਈ ਬੰਦਾ ਬੈਠਾ ਹੈ, ਫੁੱਲੀਆਂ ਹੱਥ 'ਚ ਫੜੀਆਂ, ਸਰਾਈ ਦੇ ਵਿੱਚ ਹੱਥ ਫਸਾਇਆ ਹੋਇਆ, ਤੇ ਉਹ ਬੰਦਾ ਮੁਕਤ ਨਹੀਂ ਜਾਏਗਾ। ਹਾਂ, ਕਿਉਂਕਿ ਦੇਖੋ ਆਪ ਇੱਕ ਚੀਜ਼ ਨੂੰ ਸਮਝੋ, ਜਦੋਂ ਮੈਂ ਸਰਾਈ 'ਚੋਂ ਹੱਥ ਬਾਹਰ ਕੱਢੂੰਗਾ ਤੇ ਆਜ਼ਾਦੀ ਦਾ ਮੈਨੂੰ ਉਸ ਤੋਂ ਬਾਅਦ ਹੀ ਪਤਾ ਲੱਗਣਾ। ਬਿਲਕੁਲ। ਹੁਣ ਮੈਂ ਬੈਠਾ ਭੋਗਾਂ 'ਚ ਤੇ ਮੈਂ ਗੱਲ ਕਰਾਂ, ਬੜੀਆਂ ਰੱਬ ਦੀਆਂ ਗੱਲਾਂ ਕਰਾਂ, ਮੈਂ ਕਹਾਂ ਆਤਮਾ ਹੈ ਬੜੀ ਵਧੀਆ ਚੀਜ਼ ਹੈ, ਗ੍ਰੰਥਾਂ 'ਚ ਲਿਖੀ ਹੈ, ਪਰ ਪ੍ਰੋਬਲਮ ਤੇ ਹੈ ਕਿ ਮੈਂ ਕਿੱਥੇ ਬੈਠਾ, ਮੇਰਾ ਆਪਣਾ ਲੈਵਲ ਕੀ ਹੈ। ਔਰ ਇਸੇ ਤਰ੍ਹਾਂ ਸਾਨੂੰ ਆਪਣੇ ਲੈਵਲ ਨੂੰ ਵੇਖਣਾ ਪਊ ਕਿ ਅਸੀਂ ਕਿਤੇ ਮਾਇਆ 'ਚ ਬੈਠੇ ਹਾਂ ਜਾਂ ਅਸੀਂ ਪਰਮਾਤਮਾ ਦੀ ਸਾਈਡ ਤੇ ਬੈਠੇ ਹਾਂ। ਤੇ ਇਸ ਗੱਲ ਦਾ ਫੈਸਲਾ ਨਿੱਜਰ ਸਾਹਿਬ ਸਾਨੂੰ ਖੁਦ ਹੀ ਕਰਨਾ ਪਵੇਗਾ। ਤੇ ਜੇਕਰ ਆਪਾਂ ਮਾਇਆ ਦੀ ਸਾਈਡ ਤੇ ਬੈਠੇ ਹਾਂ ਤਾਂ ਫਿਰ ਸਮਝੋ ਕਿ ਆਪਾਂ ਪ੍ਰਕਿਰਤੀ ਦੇ ਅਧੀਨ ਆ। ਔਰ ਪ੍ਰਕਿਰਤੀ ਜਦੋਂ ਸਾਡੇ ਤੋਂ ਮਤਲਬ ਇਹ ਸਰੀਰ ਖੋਹ ਲੈਂਦੀ ਹੈ ਤੇ ਜਿੱਦਾਂ ਦਾ ਅਸੀਂ ਕਰਮ ਕੀਤੇ, ਜਿੱਦਾਂ ਦਾ ਇਹ ਸੰਬੰਧ ਬਣਾਇਆ ਮਾਇਆ ਦੇ ਨਾਲ, ਉਸੇ ਹੀ ਕਿਸਮ ਦਾ ਸਾਨੂੰ ਜਿਹੜਾ ਅਗਲਾ ਜੀਵਨ ਮਿਲੇਗਾ। ਹਾਂਜੀ ਨਿੱਜਰ ਸਾਹਿਬ, ਅੱਜ ਦੀ ਤਾਂ ਇੱਥੇ ਹੀ ਇੱਕ ਹੋਰ ਹੈਗਾ ਜੀ, ਇੱਕ ਹੋਰ ਆਖਰੀ ਬੰਦ ਹੈਗਾ ਇਹਦਾ। ਨਾਮਦੇਵ ਜੀ ਜਿਹੜੇ ਹੈਗੇ ਹੁਣ ਫਾਈਨਲ ਜਿਹੜੇ ਹੈਗੇ ਆਪਾਂ ਨੂੰ ਫੈਸਲਾ ਕਰ ਰਹੇ ਆ। ਕਹਿੰਦੇ ਭਾਈ ਤੁਹਾਡੇ ਉੱਤੇ ਹੁਣ ਮੈਂ 3 ਬੰਦ ਦੇ ਦਿੱਤੇ, ਇਹਦਾ ਗਿਆਨ ਦੇ ਦਿੱਤਾ, ਇਹ ਵੀ ਦੱਸਤਾ ਭਾਈ ਸੰਸਾਰ ਦੇ ਨਾਲ, ਰਸਾਂ ਕਸਾਂ ਦੇ ਨਾਲ ਜੇ ਅਟੈਚ ਰਹੇਗਾ ਤੇ ਤੂੰ ਜਿਹੜਾ ਹੈਗਾ ਸਰੀਰ ਪ੍ਰਕਿਰਤੀ ਦੀ ਕੈਦ 'ਚ ਰਹੇਗਾ। ਜੇ ਤੂੰ ਜਿਹੜੇ ਪਰਮੇਸ਼ਰ ਦੇ ਨਾਮ ਵੱਲ ਜਿਹੜਾ ਅੰਮ੍ਰਿਤ ਰਸ ਵੱਲ ਜਿਹੜਾ ਹੈਗਾ ਉੱਧਰ ਨੂੰ ਚੱਲੇਗਾ ਤੇ ਇਸ 'ਚੋਂ ਬਾਹਰ ਹੋ ਜਾਏਗਾ। ਹੁਣ ਆਖਰੀ ਬੰਦ 'ਚ ਕਹਿ ਰਿਹਾ, ਇਤ ਕਰ ਭਗਤ ਕਰੇ ਜੋ ਜਨ ਤਿੰਨ ਭਉ ਸਗਲ ਚੁਕਾਈਏ। ਕਹਿੰਦੇ ਇਸ ਤਰੀਕੇ ਦੇ ਨਾਲ ਆ ਮੈਂ ਹੁਣ ਭਗਤੀ ਕਰਨ ਦੀ ਜਾਚ ਦੱਸ ਦਿੱਤੀ ਆ। ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਜਿਹੜੇ ਜਨ ਭਗਤੀ ਕਰਨਗੇ, ਉਹਨਾਂ ਦਾ ਮਾਇਆ ਦਾ ਸਾਰਾ ਡਰ ਜਿਹੜਾ ਹੈਗਾ ਚੁੱਕ ਜਾਏਗਾ, ਉਹ ਜੂਨਾਂ ਦੇ ਵਿੱਚ ਨਹੀਂ ਆਉਣਗੇ। ਇਤ ਕਰ ਭਗਤ ਕਰੇ ਜੋ ਜਨ ਤਿੰਨ ਭਉ ਸਗਲ ਚੁਕਾਈਏ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਏ। ਕਹਿੰਦੇ ਬਾਹਰ ਕਿੱਥੇ ਭਰਮ ਰਹੇ ਹੋ ਭਾਈ, ਕਿੱਥੇ ਬਾਹਰ ਜਾ ਰਹੇ ਹੋ? ਆਹ ਤੁਹਾਨੂੰ ਰਹਿਤ ਮਰਿਆਦਾ ਦੇ ਦਿੱਤੀ ਆ, ਆਹ ਸੰਜਮ ਦੇ ਦਿੱਤਾ ਹੈ ਪਿਆਰਿਆ। ਇਹ ਕੋਈ ਜਿਹੜਾ ਹੈਗਾ ਕੋਈ ਬਾਹਰ ਦਿੱਖ ਵਾਲਾ ਕੱਪੜੇ ਪਾਉਣ ਦਾ ਜਾਂ ਹੋਰ ਜਿਹੜਾ ਹੈਗਾ ਬਾਹਰ ਦੇ ਚਿੰਨ੍ਹ ਧਾਰਨ ਕਰਨ ਦਾ ਇਹ ਸੰਜਮ ਨਹੀਂ ਹੈਗਾ ਭਾਈ। ਆਹ ਸੰਜਮ ਹੈਗਾ ਕਿ ਭਾਈ ਅੰਦਰ ਆਪਣੀ ਭਗਤੀ ਕਰ ਲਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਏ। ਆਹ ਸੰਜਮ ਹੈਗਾ, ਆਹ ਸੰਜਮ ਕਰ ਲਏਗਾ ਤੇ ਤੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਏਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜਿੰਨਾ ਵੀ ਤੁਹਾਨੂੰ ਮੈਂ ਉੱਪਰ ਗਿਆਨ ਦੇ ਦਿੱਤਾ ਹੈ ਤੁਸੀਂ ਇਹਨੂੰ ਫਾਲੋ ਕਰੋ। ਹਾਂ,
ਫੋਲੋ ਕਰੋਗੇ ਤੇ ਤੁਹਾਡੇ ਅੰਦਰ ਜਿਹੜਾ ਹੈ ਉਹ ਗਿਆਨ ਪ੍ਰਗਟ ਹੋ ਜਾਏਗਾ, ਸੰਜਮ ਆ ਜਾਏਗਾ। ਬਿਲਕੁਲ ਤੇ ਜੇਕਰ ਤੁਸੀਂ ਆਪਣੇ ਆਪ ਨੂੰ ਇੱਧਰ ਉੱਧਰ ਉਲਝਾਉਣਾ ਚਾਹੁੰਦੇ ਜੋ, ਵਹਿਮਾਂ ਭਰਮਾਂ 'ਚ ਘੁੰਮਣਾ ਚਾਹੁੰਦੇ ਜੋ, ਕਰਮ ਕਾਂਡਾਂ 'ਚ ਘੁੰਮਣਾ ਚਾਹੁੰਦੇ, ਫਿਰ ਆਤਮ ਤੱਤ ਦੀ ਪ੍ਰਾਪਤੀ ਨਹੀਂ ਹੋਣੀ। ਤੇ ਜੇ ਤੁਸੀਂ ਸੱਚੀ ਆਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ, ਆਪਣੇ ਆਪ ਨੂੰ ਜਾਣਨਾ ਚਾਹੁੰਦੇ ਜੋ, ਇਸ ਸਿਸਟਮ ਨੂੰ ਸਟਾਪ ਕਰਨਾ ਚਾਹੁੰਦੇ ਜੋ, ਤੇ ਤੁਹਾਨੂੰ ਭਗਤੀ ਕਰਨੀ ਪਊ। ਠੀਕ ਹੈ ਨੀ ਜੀ ਸਾਹਿਬ? ਹਾਂਜੀ ਬਿਲਕੁਲ ਵਧੀਆ ਜੀ, ਬਹੁਤ ਵਧੀਆ। ਸਮਾਪਤ ਹੋ ਗਈ? ਹਾਂਜੀ ਹਾਂਜੀ ਬਿਲਕੁਲ ਸਮਾਪਤ ਹੋ ਗਈ ਜੀ। ਬਸ ਠੀਕ ਹੈ। ਸਾਧ ਸੰਗਤ ਜੀ ਵਿਚਾਰ ਕਰਿਆ ਕਰੋ। ਗਿਆਨ ਤੇ ਇਹੋ ਕਹਿੰਦਾ ਕਿ ਸਾਨੂੰ ਮੁਕਤ ਕਰਨਾ ਚਾਹੁੰਦਾ, ਤੇ ਜੇਕਰ ਅਸੀਂ ਆਪਾਂ ਗਿਆਨ ਦੇ ਵਿੱਚ ਵੱਧ ਰਹੇ ਹਾਂ ਤੇ ਇਹਦਾ ਮਤਲਬ ਸਾਡਾ ਜੀਵਨ ਉੱਪਰ ਉੱਠਣਾ ਚਾਹੀਦਾ। ਤੇ ਉਹਦੀ ਜਿਹੜੀ ਪਛਾਣ ਆ ਸਾਡੇ ਆਲੇ ਦੁਆਲੇ ਸਾਡੇ ਰਹਿੰਦੇ ਨੇ, ਉਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਉੱਪਰ ਜਾ ਰਹੇ ਜੋ, ਨਹੀਂ ਜਾ ਰਹੇ ਹੋ, ਤੇ ਇਹ ਫੈਸਲਾ ਹੋ ਜਾਏਗਾ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਇਹ ਨਾ ਨਾਮਦੇਵ ਕਬੀਰ ਜੀ ਦੇ ਆਪਾਂ ਨੇ 5 ਸ਼ਬਦ ਸੀਗੇ ਇਸ ਤਨਾਸੀ ਰਾਗ ਦੇ ਵਿੱਚ, ਨਾਮਦੇਵ ਜੀ ਦੇ ਵੀ 5 ਸ਼ਬਦ ਹੈਗੇ। ਇਹ ਆਪਾਂ ਦੂਜਾ ਸ਼ਬਦ ਕੀਤਾ ਹੈ। ਕੱਲ ਨੂੰ ਆਪਾਂ ਹੋਰ ਜਿਹੜੇ ਹੈਗੇ ਇਹਨਾਂ ਦੇ 3 ਸ਼ਬਦ ਹੈਗੇ ਉਹਨਾਂ ਚੋਂ ਲਵਾਂਗੇ ਜੀ। ਹਾਂਜੀ ਵੀਰ ਜੀ, ਠੀਕ ਹੈ ਜੀ, ਓਕੇ ਸਾਧ ਸੰਗਤ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੈ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਮੇਰੇ ਕੋਲ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ, ਦੇਹ ਨੂੰ ਰੋਗਤਾ ਬਖਸ਼ਣੀ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ